हैं कि अज असीं इसे पौड़ी का दूसरा सलोक जो कि दूजे पातशाह का उचारिया है उसकी विचार साझी करनी है। सो बनाओ सारे एकाग्रता, एक बार फतेह की सांझ पाओ। गजबाजी का आखो जी वाहिगुरु जी का खालसा वाहिगुरु जी की फतेह जी। महला दूजा। हउमै एहा जात है हउमै कर्म कमाहे हउमै एही बंधना फिर जोनी पाहे। पहले सलोक दे विच गुरु साहब ने गल कीती सी हउमै दी, हौं दी, ते हुण गल कीती है हउमै दी। ਇਹਦੇ ਵਿੱਚ ਜਿਹੜਾ ਇੱਕ ਹੋਰ ਨੁਕਤਾ ਧਿਆਨ ਦੇਣ ਯੋਗ ਹੈ, ਬਹੁਤ ਕੀਮਤੀ ਪੁਆਇੰਟ ਹੈ। ਹੋ ਸਕਦਾ ਤੁਹਾਡੇ ਚ ਬਹੁਤ ਸੰਗਤਾਂ ਨੂੰ ਪਹਿਲੀ ਵਾਰ ਸੁਣਨ ਜਾਂ ਤੁਹਾਡੇ ਜਿਹੜੇ ਸੱਜਣ ਗੁਰਬਾਣੀ ਦੇ ਨਰੂਲ ਵਿਚਾਰਧਾਰਾ ਨਾਲ ਜੁੜੇ ਨੇ, ਆਪ ਪੜ੍ਹਦੇ ਨੇ, ਸੁਣਦੇ ਨੇ, ਸਮਝਦੇ ਨੇ, ਉਹਨਾਂ ਨੂੰ ਹੋ ਸਕਦਾ ਪਤਾ ਹੋਵੇ। ਪਿਛਲੇ ਸ਼ਬਦ ਵਿੱਚ ਗੱਲ ਆਈ ਸੀ ਹੌਂ ਦੀ, ਹਉਮੈ ਸ਼ਬਦ ਨਹੀਂ ਸੀ ਆਇਆ। ਹੁਣ ਗੱਲ ਚੱਲ ਰਹੀ ਹੈ ਹਉਮੈ ਦੀ। ਅਰਥ ਭਾਵ ਬੇਸ਼ੱਕ ਦੋਵਾਂ ਦਾ ਇੱਕੋ ਹੀ ਹੈ। ਹਉ ਕਿਉਂ ਹੈ ਤੇ ਹਉਮੈ ਕਿਉਂ ਹੈ, ਇਹ ਗੱਲ ਅੱਜ ਦੇ ਸ਼ਬਦ ਚੋਂ ਸਮਝਣ ਯੋਗ ਹੈ। ਜਿਹੜਾ ਜੀਵ ਹੈ, ਜੀਵ ਆਤਮਾ ਹੈ, ਮਨ ਹੈ, ਜਦੋਂ ਉਹ ਕੱਲਾ ਬੋਲਦਾ ਉਦੋਂ ਤਾਂ ਉਹ ਹੌਂ ਵਿੱਚ ਹੁੰਦਾ, ਕੱਲਾ ਭਟਕਦਾ, ਬਿਨਾਂ ਸਰੀਰ ਤੋਂ ਹੋਵੇ, ਜਾਂ ਉਹਨੂੰ ਜੋ ਜਦੋਂ ਮਨ ਥੋੜਾ ਜਿਹਾ ਜਾਗਦਾ ਉਹਨੂੰ ਸਮਝ ਪੈਂਦੀ ਹੈ, ਉਦੋਂ ਤੱਕ ਤਾਂ ਉਹ ਹੌਂ ਦੇ ਵਿੱਚ ਹੁੰਦਾ। ਜਦੋਂ ਸਰੀਰ ਦੇ ਵਿੱਚ ਆ ਜਾਂਦਾ, ਸਰੀਰ ਧਾਰ ਲੈਂਦਾ, ਮਨ ਸਰੀਰ ਨਾਲ ਜੁੜ ਜਾਂਦਾ, ਉਦੋਂ ਇਹਦੇ ਵਿੱਚ ਮੈਂ ਆਉਂਦੀ ਹੈ। ਇੱਥੇ ਦੋ ਸ਼ਬਦ ਹੋਰ ਵਰਤੇ ਨੇ, ਉਹ ਅਸੀਂ ਬਾਰੀ ਕਿਤਾਬਾਂ ਚੋਂ ਪੜ੍ਹੇ ਨੇ, ਪੜ੍ਹਦੇ ਆ, ਤੁਸੀਂ ਵੀ ਸੁਣੇ ਹੋਣਗੇ। ਇੱਕ ਹੁੰਦੀ ਹੈ ਸ਼ੁੱਧ ਹਉਮੈ, ਇੱਕ ਹੁੰਦੀ ਹੈ ਅਸ਼ੁੱਧ ਹਉਮੈ। ਸ਼ੁੱਧ ਹਉਮੈ ਜਿਹੜੀ ਹੈ ਉਹ ਹੁੰਦੀ ਹੈ ਵੀ ਜਿਵੇਂ ਚੰਗੇ ਕਰਮ ਦੀ ਆ ਜਾਂਦੀ ਹੈ। ਅਸੀਂ ਚੰਗਾ ਕਰਮ ਕੀਤਾ, ਅਸੀਂ ਬਾਣੀ ਪੜ੍ਹੀ, ਸੇਵਾ ਕੀਤੀ, ਲੰਗਰ ਲਾਇਆ, ਦਾਨ ਪੁੰਨ ਕੀਤਾ, ਬੰਦੇ ਦੇ ਮਨ ਚ ਹਉਂ ਆ ਗਈ, ਉਹਨੂੰ ਮੰਨਿਆ ਸ਼ੁੱਧ ਹਉਮੈ। ਇੱਕ ਹੁੰਦੀ ਹੈ ਅਸ਼ੁੱਧ ਹਉਮੈ, ਮੈਲੀ ਹਉਮੈ, ਜਿਵੇਂ ਕਿਸੇ ਦਾ ਕਤਲ ਕਰਕੇ, ਚੋਰੀ ਡਾਕਾ ਮਾਰ ਕੇ, ਗਾਲਾਂ ਕੱਢ ਕੇ, ਲੜਾਈ ਕਰਕੇ ਹਉਮੈ ਕਰਨੀ, ਕਿਸੇ ਦਾ ਨੁਕਸਾਨ ਕਰਕੇ ਹਉਮੈ ਕਰਨੀ, ਹੰਕਾਰ ਕਰਨਾ। ਦੁਨੀਆ ਚ ਐਸੇ ਲੋਕ ਬਹੁਤ ਨੇ। ਪਰ ਗੁਰੂ ਸਾਹਿਬ ਸਾਨੂੰ ਥੋੜਾ ਜਿਹਾ ਹੋਰ ਇਹ ਤੋਂ ਅੰਦਰ ਲੈ ਜਾਂਦੇ ਨੇ, ਗਹਿਰਾਈ ਵਿੱਚ ਲੈ ਕੇ ਜਾਂਦੇ ਨੇ। ਜਿਹੜੀ ਸਾਡੀ ਅੰਤਰਾਤਮਾ, ਅੰਤਰਾਤਮਾ ਜਿਹੜੀ ਮਨ ਨੂੰ ਵੀ ਕੰਟਰੋਲ ਕਰਦੀ ਹੈ, ਮਨ ਜਿਹਦੇ ਨਾਲ ਜੁੜ ਕੇ ਚੱਲਦਾ, ਮਨ ਜਿੱਥੋਂ ਸੋਝੀ ਲੈ ਕੇ ਚੱਲਦਾ, ਉਹ ਆਤਮਾ ਜਦੋਂ ਗੱਲ ਕਰਦੀ ਹੈ ਉਦੋਂ ਸ਼ਬਦ ਹਉਂ ਵਰਤਿਆ ਜਾਂਦਾ ਹੈ। ਅੰਤਰਾਤਮਾ ਬੋਲਦੀ ਹੈ ਜਦੋਂ ਇਹ ਜੀਵ ਸਰੀਰ ਨਾਲ ਜੁੜ ਕੇ ਮਾਇਆ ਦੀ ਬੋਲੀ ਬੋਲਦਾ, ਇਹ ਮੈਂ ਤੇ ਜਦੋਂ ਇਕੱਠੇ ਹੋ ਜਾਂਦੇ ਨੇ, ਹਉਂ ਤੇ ਮੈਂ ਇਕੱਠੇ ਹੁੰਦੇ ਬਣ ਜਾਂਦਾ ਹਉਮੈ, ਉਦੋਂ ਹਉਮੈ ਬਣਦੀ ਹੈ। ਦੋਨੇ ਇਕੱਠੇ ਹੋ ਗਏ, ਹਉਂ ਵੀ ਇਕੱਠੀ ਹੋ ਗਈ, ਮੈਂ ਵੀ ਇਕੱਠਾ ਹੋ ਗਿਆ, ਹਉਂ ਤੇ ਮੈਂ ਹੁਣ ਇਕੱਠੇ ਹੋ ਗਏ, ਹੁਣ ਇੱਕੋ ਹੀ ਬੋਲੀ ਬੋਲ ਰਹੇ ਨੇ। ਭਾਵ ਕੀ ਵੀ ਹੁਣ ਨਾ ਕੋਈ ਤਰਕ ਵਾਲੀ ਗੱਲ ਹੈ, ਨਾ ਗਿਆਨ ਦੀ ਗੱਲ ਹੈ, ਨਾ ਵਿਵੇਕ ਬੁੱਧੀ ਨੂੰ ਪਰਖਿਆ, ਨਾ ਅੰਤਰਾਤਮਾ ਦੀ ਆਵਾਜ਼ ਸੁਣੀ, ਬਸ ਹਉਮੈ ਹਉਮੈ ਹਉਮੈ, ਦੋਨਾਂ ਦੀ ਇੱਕ ਸੁਰ ਹੋ ਗਈ। ਉਹ ਕੀ ਹੋ ਗਿਆ, ਕਹਿੰਦੇ ਹੁਣ ਹਉਂ ਤੇ ਮੈਂ ਇਕੱਠੇ ਹੋ ਗਏ, ਹਉਮੈ ਬਣ ਗਈ। ਤਾਂ ਹੀ ਮਹਾਰਾਜ ਨੇ ਕਿਹਾ ਸੀ ਵੀ ਦੋਨਾਂ ਦਾ ਇਹ ਜਿਹੜਾ ਔਗਣ ਹੈ ਨਾ, ਹਉਂ ਤੇ ਮੈਂ ਦਾ ਹੰਕਾਰ ਰੂਪ ਚ, ਇਹਨੂੰ ਦੋਨਾਂ ਦੇ ਮਾਰਨਾ। ਹਉਂ ਮੈਂ ਵਿੱਚੋਂ ਖੋਵੇ, ਹਉਂ ਵੀ ਗਵਾਉਣੀ ਹੈ ਤੇ ਮੈਂ ਵੀ ਗਵਾਉਣੀ ਹੈ। ਹੁਣ ਆਪਾਂ ਨੂੰ ਪਤਾ ਵੀ ਹਉਂ ਤੇ ਜਾਂ ਹਉਂ, ਅਸੀਂ ਚਲੋ ਇਕੱਠਾ ਸ਼ਬਦ ਵਰਤ ਲੈਣੇ ਵੀ ਹਉਮੈ ਸਾਡੇ ਚ ਕਦੋਂ ਆਉਂਦੀ ਹੈ, ਉਹ ਪਿੱਛੇ ਸਾਰੀ ਲਿਸਟ ਆ ਵੀ ਗਈ ਸੀਗੀ। ਤਾਂ ਹੁਣ ਮਹਾਰਾਜ ਇੱਥੇ ਅੱਜ ਗੱਲ ਕਰਨ ਲੱਗੇ ਨੇ, ਹਉਮੈ ਏਹਾ ਜਾਤ ਹੈ ਹਉਮੈ ਕਰਮ ਕਮਾਹੇ।
ਹੁਣ ਕਹਿੰਦੇ ਹਉਮੈ ਇਹ ਜਾਤ ਹੈ। ਹੁਣ ਜਾਤ ਕੀ ਹੈ? ਹੁਣ ਇਹ ਜਾਤ ਦਾ ਅਰਥ ਉਹ ਨਹੀਂ ਹੈ ਵੀ ਜਿਹੜਾ ਅਸੀਂ ਲਾਉਣੇ ਸੰਸਾਰੀ ਅਰਥ, ਤੇ ਜਿਵੇਂ ਸਾਡੀ ਇੱਕ ਜਾਤ ਹੈ ਜੀ, ਅਸੀਂ ਐਸੀ ਅਸੀਂ BC ਕੋਟੇ ਚ ਆਉਂਦੇ, ਅਸੀਂ ਜਰਨਲ ਕੋਟੇ ਚ ਆਉਂਦੇ ਹਾਂ, ਜਾਂ ਨੀਵੀਂ ਜਾਤ ਉੱਚੀ ਜਾਤ, ਨਾ ਤਾਂ ਉਹ ਜਾਤ ਦੀ ਗੱਲ ਹੈ, ਨਾ ਸਰੀਰ ਰੂਪ ਜਾਤ ਦੀ ਗੱਲ ਹੈ, ਕਿਉਂਕਿ ਬਾਣੀ ਚ ਸਰੀਰ ਵਾਸਤੇ ਜਾਤ ਸ਼ਬਦ ਵੀ ਆਇਆ ਹੋਇਆ। ਹੁਣ ਇਹ ਜਾਤ ਦੋਵਾਂ ਨਾਲ ਨਹੀਂ ਢੁਕਦਾ। ਇੱਥੇ ਜਾਤ ਦਾ ਅਰਥ ਹੈ ਪਹਿਚਾਣ। ਜਾਤ ਜਿਹੜੀ ਅਸੀਂ ਵਰਤਦੇ ਹਾਂ ਉਹ ਵੀ ਅਸਲ ਚ ਕਿਉਂ ਹੁੰਦੀ ਹੈ? ਪਹਿਚਾਣ ਵਾਸਤੇ ਹੁੰਦੀ, ਵੀ ਕਿਹੜੀ ਜਾਤੀ ਪਛਾਣ ਹੋ ਜਾਵੇ। ਮਹਾਰਾਜ ਜੀ ਕਹਿੰਦੇ ਹਉਮੈ ਦੀ ਪਛਾਣ ਕੀ ਹੈ? ਹਉਮੈ ਦੀ ਇਹੀ ਜਾਤ ਹੈ, ਹਉਮੈ ਦੀ ਇਹੀ ਪਹਿਚਾਣ ਹੈ। ਹੁਣ ਆਪਾਂ ਪਹਿਚਾਣ ਕਰਨੀ ਕਿਵੇਂ ਕਰਾਂਗੇ? ਹਉਮੈ ਦੀ ਪਹਿਚਾਣ ਇਹ ਹੈ ਕਿ ਕਹਿੰਦੇ ਹਉਮੈ ਕਰਮ ਕਮਾਹੇ, ਹਉਮੈ ਚ ਫਸਿਆ ਬੰਦਾ ਹਉਮੈ ਦੇ ਹੀ ਕਰਮ ਕਮਾਉਂਦਾ ਹੈ। ਸੁਣਦਾ ਇੱਥੇ ਤੁਹਾਨੂੰ? ਠੀਕ, ਨਹੀਂ ਤਾਂ ਇੱਧਰ ਆ ਜਾਓ, ਪੱਖਾ ਘੱਟ ਹੋ ਰਿਹਾ, ਆਉਣਾ ਆ ਜਾਓ, ਇੱਥੇ ਆ ਜਾਓ। ਹਉਮੈ ਦੀ ਪਹਿਚਾਣ ਕੀ ਹੈ? ਕਹਿੰਦੇ ਹਉਮੈ ਚ ਫਸ ਕੇ ਬੰਦਾ ਕਰਮ ਕਮਾਉਂਦਾ। ਜਦੋਂ ਸਾਨੂੰ ਕਰਮ ਦੱਸਦਾ ਵੀ ਹਉਮੈ ਕਰਮ ਨਾਲ ਜਦੋਂ ਮੈਂ ਜੁੜ ਗਿਆ, ਹਉ ਜੁੜ ਗਈ, ਇਹੀ ਪਹਿਚਾਣ ਹੋ ਗਈ ਵੀ ਹਾਂ ਭਾਈ ਹਉਮੈ ਹੈਗੀ ਹਾਲੇ ਅੰਦਰ। ਬੋਲਾਂ ਤੋਂ ਪਤਾ ਲੱਗ ਜਾਂਦਾ ਹੈ, ਸਾਡੇ ਬਿਹੇਵੀਅਰ ਤੋਂ, ਸਾਡੇ ਹਰ ਕਰਮ ਤੋਂ ਹਉਮੈ ਦੇ ਪ੍ਰਗਟਾਵਾ ਹੋ ਰਿਹਾ ਨਾ। ਅਸਲ ਵਿੱਚ ਸੰਸਾਰ ਨਾਲ ਜੁੜਿਆ ਜੀਵ ਕਿਤੇ ਨਾ ਕਿਤੇ ਹਉਮੈ ਦਾ ਪ੍ਰਗਟਾਵਾ ਕਰਦਾ ਹੈ। ਇਸ ਗੱਲ ਤੋਂ ਆਪਾਂ ਮੁਨਕਰ ਹੋ ਹੀ ਨਹੀਂ ਸਕਦੇ। ਭਾਵ ਕੀ ਕਰਾਂਗੇ ਵੀ ਹਉਮੈ ਕਰਮ ਕਮਾਹੇ, ਸਾਡੇ ਵਿੱਚ ਹਲੇ ਹਉ ਦਾ ਅੰਸ਼ ਹੈ, ਹਉਮੈ ਅੰਸ਼ਕ ਰੂਪ ਚ ਹੈ, ਬੀਜ ਨਾਸ ਨਹੀਂ ਹੋਇਆ। ਅਸੀਂ ਹੁਣ ਪਹੁੰਚਣਾ ਕਿੱਥੇ ਤੱਕ ਹੈ? ਸਾਡੇ ਜੀਵਨ ਦੀ, ਸਾਡੀ ਜ਼ਿੰਦਗੀ ਦਾ ਜੋ ਮਨੋਰਥ ਹੈ, ਸਾਡਾ ਜੋ ਟਾਰਗੇਟ ਹੈ, ਜਿੱਥੇ ਤੱਕ ਅਸੀਂ ਪਹੁੰਚਣਾ ਹੋਵੇ, ਜਿੱਥੇ ਹਉਮੈ ਜ਼ੀਰੋ ਹੋ ਜਾਏ, ਹਉਮੈ ਖਤਮ ਹੋ ਜਾਏ, ਹਉਮੈ ਮੰਨਫੀ ਹੋ ਜਾਏ, ਹਉਮੈ ਟੋਟਲੀ ਰਿਮੂਵ ਹੋ ਜਾਏ। ਹੁਣ ਇਹ ਹੈ ਕਥਨ ਹੈ, ਇਸੇ ਨੂੰ ਕਿਹਾ ਸੀ ਨਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਬਿਖਮ ਭਗਤੀ ਦਾ ਮਾਰਗ ਸੌਖਾ ਮਾਰਗ ਨਹੀਂ ਹੈ। ਭਗਤੀ ਦੇ ਮਾਰਗ ਨੂੰ, ਧਰਮ ਦੇ ਮਾਰਗ ਨੂੰ ਅਸੀਂ ਨਾ ਬਹੁਤ ਸੌਖਾ ਜਿਹਾ ਬਣਾ ਲਿਆ, ਮੰਨ ਲਿਆ, ਜਾਂ ਨਾ ਸੌਖਾ ਬਣਾ ਕੇ ਪੇਸ਼ ਕਰਦੇ ਨੇ। ਜਿਹੜੀਆਂ ਅਸਲੀ ਤੱਤ ਦੀਆਂ ਗੱਲਾਂ ਉਹ ਲੁਕੋ ਲੈਂਦੇ ਨੇ, ਉਹ ਦੱਸਦੇ ਨਹੀਂ ਵੀ ਕਿਤੇ ਨਾ ਹੋਵੇ ਬੰਦਾ ਸਿੱਖ ਨਾ ਬਣੇ ਜਾਂ ਅੰਮ੍ਰਿਤ ਨਾ ਛਕੇ, ਕਿਤੇ ਗੁਰੂ ਵਾਲਾ ਬਣੇ ਹੀ ਨਾ। ਨਹੀਂ, ਬਲਕਿ ਉਹਨੂੰ ਪਹਿਲਾਂ ਕਹੋ ਭਾਈ ਇੱਥੇ ਤਾਂ ਸਿਰ ਦੇਣਾ ਪੈਣਾ ਹੈ, ਇੱਥੇ ਹਉਮੈ ਛੱਡਣੀ ਪੈਣੀ ਹੈ, ਇੱਥੇ ਮੋਹ ਮਾਇਆ ਛੱਡਣੀ ਪੈਣੀ ਆ, ਇੱਥੇ ਪਹਿਲਾਂ ਮਰਨ ਕਬੂਲ ਜੀਵਨ ਕੀ ਸ਼ਤਾਸ਼। ਉਹਨੂੰ ਪਹਿਲੇ ਤੁਸੀਂ ਸੱਚ ਦੱਸੋਗੇ, ਉਹਨੂੰ ਸੱਚੀ ਪੜ੍ਹਾਈ ਪੜਾਓਗੇ। ਜੇ ਉਹ ਦਿਲ ਵਾਲਾ ਹੋਏਗਾ, ਮੰਨਦਾ ਹੋਏਗਾ, ਉਹਦੀ ਆਤਮਾ ਮੰਨੇਗੀ, ਤੁਰ ਪਏਗਾ। ਘੱਟੋ ਘੱਟ ਧੋਖੇ ਚ ਤਾਂ ਨਹੀਂ ਰਹਿਣਾ। ਅਸੀਂ ਧੋਖੇ ਚ ਰੱਖਦੇ, ਧੋਖੇ ਚ ਨਹੀਂ ਰੱਖਣਾ। ਸੱਚ ਦੱਸ ਦਿਓ ਇਹ ਵਿਖਾ ਮਾਰਗ ਹੈ ਜੀ, ਵਿਖਾ ਮਾਰਗ ਚੱਲਣਾ। ਇਹਦੇ ਵਿੱਚ ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਫਿਰ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਸਾਦੀ ਜਿਨੀ ਆਪ ਤਜਿਆ। ਆਪ ਤਜਿਆ ਕੀ? ਹਉਮੈ ਜ਼ੀਰੋ ਹੋ ਗਈ, ਹਉਮੈ ਬਿਲਕੁਲ ਜ਼ੀਰੋ ਹੈ। ਹੁਣ ਆਪ ਤਜਣ ਤੋਂ ਬਾਅਦ ਹੋਇਆ ਕੀ? ਜਦੋਂ ਆਪ ਮਿਟਿਆ, ਮੈਂ ਮਿਟੀ ਨਾ, ਉਦੋਂ ਕੀ ਹੋਇਆ? ਕਹਿੰਦੇ ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ। ਹੁਣ ਸੱਚ ਦੀ ਵਾਸ਼ਨਾ ਆਈ ਹੈ। ਪਹਿਲਾਂ ਵਾਸ਼ਨਾ ਦਾ ਅਰਥ ਖੁਸ਼ਬੂ ਵੀ ਕਰਦੇ ਆ, ਸਮੈਲ। ਪਹਿਲਾਂ ਦੀ ਸੀ ਸਮੈਲ, ਸਮੈਲ ਦਾ ਅਰਥ ਕਰਾਂਗੇ ਬਦਬੂ, ਵਿਕਾਰਾਂ ਦੀ, ਹਉਮੈ ਦੀ, ਹੰਕਾਰ ਦੀ। ਹੁਣ ਆ ਰਹੀ ਹੈ ਫ੍ਰੈਗਰੈਂਸ, ਖੁਸ਼ਬੂ। ਹੁਣ ਕਿਹੜੀ ਆ ਰਹੀ ਹੈ? ਹੁਣ ਹਰ ਦੀ ਖੁਸ਼ਬੂ ਆ ਰਹੀ ਹੈ, ਹੁਣ ਗੁਣਾਂ ਦੀ ਖੁਸ਼ਬੂ ਆ ਰਹੀ ਹੈ, ਹੁਣ ਮਿੱਠ ਬੋਲਣ ਦੀ ਖੁਸ਼ਬੂ ਆ ਰਹੀ ਹੈ, ਹੁਣ ਨਿਮਰਤਾ ਦੀ ਖੁਸ਼ਬੂ ਆ ਰਹੀ ਹੈ, ਸੇਵਾ ਦੀ, ਸਿਮਰਨ ਦੀ, ਸਬਰ ਦੀ, ਸੰਤੋਖ ਦੀ, ਸਹਿਨਸ਼ੀਲਤਾ ਦੀ। ਇਹ ਖੁਸ਼ਬੂਆਂ ਹੀ ਆ ਰਹੀਆਂ ਨੇ, ਸੱਚ ਦੀ ਖੁਸ਼ਬੂ ਆ ਰਹੀ ਹੈ। ਕਿਉਂਕਿ ਹੁਣ ਹਰ ਵਾਸ਼ਨਾ ਸਮਾ ਗਈ। ਪਹਿਲਾਂ ਸੀ ਕਾਮ ਵਾਸ਼ਨਾ, ਕ੍ਰੋਧ ਵਾਸ਼ਨਾ, ਲੋਭ ਵਾਸ਼ਨਾ, ਮੋਹ ਵਾਸ਼ਨਾ, ਹੰਕਾਰ ਵਾਸ਼ਨਾ, ਹਨਾ। ਹੁਣ ਕੀ ਹੋ ਗਿਆ? ਹੁਣ ਰਾਮ ਵਾਸ਼ਨਾ, ਨਾਮ ਵਾਸ਼ਨਾ, ਹਰ ਵਾਸ਼ਨਾ। ਕਿਉਂ? ਹਮ ਗੁਰੂ ਪ੍ਰਸਾਦੀ ਜੀ ਨੇ ਆਪ ਤਜਿਆ, ਆਪ ਤਜ ਦਿੱਤਾ। ਤਜ ਦਾ ਤਾਂ ਆਪਣੇ ਆਪ ਨੂੰ ਵਿੱਚੋਂ ਕੱਢ ਲਿਆ, ਮਨਫੀ ਕਰ ਦਿੱਤਾ ਵੀ ਮੈਂ ਕੁਝ ਹਾਂ ਹੀ ਨਹੀਂ, ਮੈਂ ਕੁਝ ਨਹੀਂ ਹਾਂ, ਮੈਂ ਕੁਝ ਕਰ ਵੀ ਨਹੀਂ ਸਕਦਾ। ਇੱਥੇ ਤੱਕ ਸਿੱਖ ਨੇ ਪਹੁੰਚਣਾ। ਦੇਖੋ ਕਰਨਾ ਆਪਾਂ ਹੀ ਆ, ਇਹਨੂੰ ਫੇਰ ਸਮਝੋ। ਜਾਂ ਇੰਝ ਕਹਿ ਲਈਏ ਹੋਣਾ ਸਾਡੇ ਥਰੂ ਹੀ ਆ। ਜੋ ਵੀ ਹੋਣਾ ਸੰਸਾਰ ਪਰਮੇਸ਼ਰ ਨੇ ਬਣਾਇਆ, ਉਹਨੇ ਚਲਾਣਾ।
ਉਹਨੇ ਸਾਡੀਆਂ ਜ਼ਿੰਮੇਵਾਰੀਆਂ ਲਾਈਆਂ ਹੋਈਆਂ ਨੇ, ਬਸ ਗੱਲ ਕੁਛ ਨਹੀਂ ਹੈ। ਸਾਡੇ ਜਿਵੇਂ ਆਪਾਂ ਬਾਣੀ ਦਾ ਪੜ੍ਹਦੇ ਨਾ ਸ਼ਬਦ, ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦਾ ਲਾਇਆ। ਧੰਦੇ ਲਾਏ ਹੋਏ ਆਪਾਂ, ਕੋਈ ਜੌਬ ਕਰ ਰਿਹਾ ਹੈ, ਕੋਈ ਖੇਤੀਬਾੜੀ ਕਰ ਰਿਹਾ ਹੈ, ਕੋਈ ਬਿਜ਼ਨਸ ਕਰ ਰਿਹਾ ਹੈ, ਕੋਈ ਕੁਛ ਕਰ ਰਿਹਾ, ਇੱਕ ਇਹ ਸਿਰੇ ਸਿਰੇ ਧੰਦਾ ਲਾਇਆ। ਤੇ ਹੋਰ ਵੀ ਤੁਸੀਂ ਸੁਣਦੇ ਹੋਵੋਗੇ ਬਹੁਤ ਵਾਰੀ, ਤਕਰੀਬਨ ਮੈਨੂੰ ਲੱਗਦਾ ਹਰੇਕ ਇਨਸਾਨ ਦੀ ਜ਼ਿੰਦਗੀ 'ਚ ਇੱਕ ਇਹ ਪਹਿਲੂ ਜ਼ਰੂਰ ਆਉਂਦਾ ਹੈ ਕਿ ਅਸੀਂ ਕਰਨਾ ਕੁਛ ਚਾਹੁੰਦੇ ਹਾਂ, ਬਣਨਾ ਕੁਛ ਚਾਹੁੰਦੇ ਹਾਂ, ਬਟ ਹੋ ਕੁਛ ਹੋਰ ਜਾਂਦਾ ਹੈ, ਬਣ ਕੁਛ ਹੋਰ ਜਾਂਦੇ ਹਾਂ, ਕੰਮ ਕੋਈ ਹੋਰ ਸ਼ੁਰੂ ਕਰਨਾ ਪੈ ਜਾਂਦਾ। ਕਿਉਂ? ਕਿਉਂਕਿ ਉੱਥੇ ਸਾਡੀ ਨਹੀਂ ਸੀ, ਹਰ ਦੀ ਮਰਜ਼ੀ ਸੀ। ਜਿਹਨੇ ਸੰਸਾਰ ਬਣਾਇਆ ਉਹਨੂੰ ਪਤਾ ਵੀ ਇਹਨੂੰ ਕਿਹੜੇ ਕੰਮ ਚਲਾਉਣਾ, ਤੂੰ ਕਿਹੜਾ ਕੰਮ ਲੈਣਾ, ਕਿਹੜੇ ਕੰਮ 'ਚ ਪਰਫੈਕਟ ਹੈ, ਕਰ ਵੀ ਦਿੰਦਾ ਸਾਨੂੰ। ਅਸੀਂ ਜਦੋਂ ਅੱਗੇ ਜਾ ਕੇ ਕਾਮਯਾਬ ਹੋ ਜਾਂਦੇ ਹਾਂ ਉਹਦੇ ਹੁਕਮ ਨਾਲ, ਉਹਦੀ ਬਖਸ਼ਿਸ਼ ਨਾਲ, ਤੇ ਬੰਦਾ ਸੋਚਦਾ ਜੀ ਮੈਨੂੰ ਤਾਂ ਜੀ ਇਸ ਕੰਮ ਦਾ ਬਿਲਕੁਲ ਵੀ ਨਹੀਂ ਸੀ ਪਤਾ, ਸਾਡੇ ਤੇ ਕਿਸੇ ਨੇ ਖਾਨਦਾਨ 'ਚ ਨਹੀਂ ਸੀ ਕੀਤਾ, ਸਾਨੂੰ ਤੇ ਇਹਦੇ ਜ਼ੀਰੋ ਨੌਲੇਜ ਸੀ, ਪਰ ਅੱਜ ਪਤਾ ਨਹੀਂ ਮਾਲਕ ਦੀ ਮਿਹਰ ਅਸੀਂ ਇੱਥੇ ਪਹੁੰਚ ਗਏ। ਕਿਉਂ? ਪਹੁੰਚਾਇਆ ਗਿਆ। ਕੋਈ ਪਹੁੰਚਾਉਣ ਵਾਲਾ ਬੈਠਾ ਹੈ, ਕੋਈ ਉਹ ਵਸੀਲੇ ਬਣਾਉਣ ਵਾਲਾ ਬੈਠਾ ਹੈ। ਪਰ ਜੇ ਇਹਨੇ ਮੰਨ ਲਿਆ ਵੀ ਮੈਂ ਕੀਤਾ, ਬਸ ਆਹੀ ਹੈ, ਕਹਿੰਦੇ ਹਉਮੈ ਇਹ ਜਾਤ ਹੈ, ਹਉਮੈ ਕਰਮ ਕਰ, ਪਛਾਣ ਇਹ ਵੀ ਇਹਨੇ ਕਹਤਾ ਹਉਮੈ 'ਚ ਕੀਤਾ, ਮੈਂ ਕੀਤਾ ਜੀ, ਬਸ ਮੈਂ ਕੀਤਾ। ਹਉਮੈ ਕਰਮ ਕਮਾਏ, ਹਉਮੈ ਦੇ ਵਿੱਚ ਫਸ ਕੇ ਕਰਮ ਕਮਾ ਲਿਆ। ਹਉਮੈ ਇਹ ਜਾਤ, ਇਹੀ ਪਹਿਚਾਣ ਹੈ ਹਉਮੈ ਦੀ ਸਭ ਤੋਂ ਵੱਡੀ। ਕਰਮ ਕਰਤ ਹੋਵੇ ਨਹੀਂ, ਕਰਮ ਤੱਕ ਨਹੀਂ ਪਹੁੰਚਿਆ। ਸੇਵਾ ਕਰਤ ਹੋਈ ਨਹੀਂ, ਕੰਮ ਹੀ ਨਹੀਂ ਸਮਝਿਆ। ਹਾਲੇ ਤਾਂ ਸੇਵਾ ਥੋੜੀ ਮੰਗਣ ਬਹੁਤ। ਮਹਾਰਾਜ ਕਹਿੰਦੇ ਇਹ ਜਾਤ ਦਾ ਅਰਥ ਫਿਰ ਸਮਝ ਲਓ ਸਾਰੇ ਜੀ, ਜਾਤ ਦਾ ਅਰਥ ਹੈ ਪਹਿਚਾਣ। ਉਹਨਾਂ ਦੀ ਪਛਾਣ। ਆਪਾਂ ਕਹਿੰਦੇ ਕਿਹੜੀ ਜਾਤ ਹੈ, ਜਦੋਂ ਬੰਦਾ ਜਾਤ ਦੱਸਦਾ ਸੀ ਕਹਿੰਦਾ ਠੀਕ ਹੈ ਮੈਂ ਪਛਾਣ ਗਿਆ, ਅੱਛਾ ਤੁਸੀਂ ਉਹ ਜਾਤ ਦੇ, ਸੋਝੀ ਹੋ ਗਈ, ਪਛਾਣ ਹੋ ਗਈ ਤੁਹਾਡੀ, ਅੱਛਾ ਤੁਹਾਡੀ ਆਹ ਜਾਤ ਹੈ। ਇੱਥੇ ਜਾਤ ਦਾ ਅਰਥ ਪਹਿਚਾਣ ਕਰਕੇ ਚੱਲਾਂਗੇ ਆਪਾਂ। ਹਉਮੈ ਦੀ ਪਛਾਣ ਕੀ ਹੈ ਕਿ ਇਹਦੇ 'ਚ ਫਸ ਕੇ ਬੰਦਾ ਕਰਮ ਕਮਾਉਂਦਾ, ਜਾਂ ਉਹਦਾ ਕਰਮ ਦੱਸਦਾ ਵੀ ਇਹ ਹਉਮੈ ਦੇ ਵਿੱਚ ਫਸਿਆ ਹੋਇਆ ਹੈ। ਅੱਗੇ ਕੀ ਕਹਿੰਦੇ ਨੇ, ਹਉਮੈ ਇਹ ਬੰਧਨਾ ਫਿਰ ਜੋ ਨਹੀਂ ਪਾਏ, ਇਹਨੂੰ ਫਿਰ ਦੁਬਾਰਾ ਪੜੋ ਥੋੜਾ ਜਿਹਾ। ਹਉਮੈ ਇਹ ਬੰਧਨਾ, ਧੱਦੇ ਨਾਲ ਪੜਨਾ ਜੀ, ਬੰਧਨਾ ਫਿਰ ਜੋ ਨਹੀਂ ਪਾਏ। ਜੇ ਬੰਦਨਾ ਪੜਾਉਂਗੇ ਨਾ, ਮੇਰੇ ਮੂੰਹੋਂ ਵੀ ਨਿਕਲ ਗਿਆ ਸੀ ਉਚਾਰਨ, ਬੰਦਨਾ। ਬੰਦਨਾ ਦਾ ਅਰਥ ਹੁੰਦਾ ਨਮਸਕਾਰ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਬੰਦਨਾ, ਹਰ ਬੰਦਨਾ, ਗੁਣ ਗਾਵੋ ਗੋਪਾਲ, ਉੱਥੇ ਨਮਸਕਾਰ ਹੈ। ਧੱਦੇ ਦਾ ਅਰਥ ਹੁੰਦਾ, ਬੰਧਨ ਦਾ ਅਰਥ ਹੁੰਦਾ ਬੰਨੇ ਜਾਣਾ, ਫਸ ਜਾਣਾ, ਰੁਕ ਜਾਣਾ। ਹਉਮੈ ਏਈ ਬੰਧਨਾ, ਫਿਰ ਜੂਨੀ ਪਾਹੇ। ਕਹਿੰਦੇ ਹੁਣ ਹਉਮੈ ਦਾ ਬੰਧਨ ਕੀ ਹੈ? ਹੁਣ ਅਸੀਂ ਕਹਾਂਗੇ ਵੀ ਬੰਦਾ ਹਉਮੈ, ਵੀ ਕਿਵੇਂ ਪਤਾ ਲੱਗੇ ਬੰਦਾ ਫਸਿਆ ਹੋਇਆ, ਇਹਨੂੰ ਬੰਧਨ ਪਿਆ ਹੋਇਆ। ਬੰਧਨ ਦੀ ਨਿਸ਼ਾਨੀ ਕੀ ਹੈ? ਅਸੀਂ ਆਪਾਂ ਬੰਧਨ ਦਾ ਆਪਾਂ ਸਮਝਦੇ ਹਾਂ ਫਸੇ ਹੋਇਆ। ਮਹਾਰਾਜ ਕਹਿੰਦੇ ਨਿਸ਼ਾਨੀ ਇਹ ਹੈ ਫਿਰ ਜੂਨੀ ਪਾਹੇ। ਇਹ ਹਲੇ ਬਾਰ ਜੂਨਾਂ ਵਿੱਚ ਭਟਕ ਰਿਹਾ, ਇਹ ਨਿਸ਼ਾਨੀ ਹੈ ਜੀ। ਜੇ ਜੂਨਾਂ ਦੇ ਵਿੱਚ ਹੈ, ਭਟਕ ਰਿਹਾ, ਜਨਮ ਮਰਨ ਹੋ ਰਿਹਾ, ਆਵਾਗਮਨ ਚੱਲ ਰਿਹਾ, ਮਹਾਰਾਜ ਕਹਿੰਦੇ ਭਾਈ ਹਲੇ ਇਹ ਹਉਮੈ ਦੇ ਵਿੱਚ ਫਸਿਆ ਹੋਇਆ ਹੈ। ਹਉਮੈ ਖਤਮ ਨਹੀਂ ਹੋਈ, ਹਉਮੈ ਮਿਟੀ ਨਹੀਂ। ਸਾਡਾ ਦੇਖੋ ਜਦੋਂ ਜਨਮ ਹੋ ਗਿਆ ਨਾ, ਸਾਡਾ ਹੋਇਆ, ਕਿਸੇ ਦਾ ਵੀ ਹੋਇਆ, ਸੰਸਾਰ 'ਚ ਰੋਜ਼ ਕਰੋੜਾਂ ਜਨਮ ਹੋ ਰਹੇ ਨੇ, ਉਹ ਸਪਸ਼ਟ ਹੈ ਵੀ ਹਲੇ ਬੰਧਨ ਕੱਟਿਆ ਨਹੀਂ ਗਿਆ, ਹਲੇ ਹਉਮੈ ਮਿਟੀ ਨਹੀਂ। ਹੰਕਾਰ ਸੀ, ਕਮੀ ਸੀ, ਤੇ ਦੁਬਾਰਾ ਆ ਗਿਆ। ਕਲਾਸ ਕਦੋਂ ਚੇਂਜ ਹੁੰਦੀ ਹੈ ਬੱਚੇ ਦੀ? ਜਦੋਂ ਬੱਚਾ ਆਪਣੀ ਕਲਾਸ ਦੇ ਸਾਰੇ ਸਵਾਲ ਹੱਲ ਕਰਕੇ ਉਹਨੂੰ ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕਰ ਜਾਏ, ਅਸੀਂ ਕਹਿੰਦੇ ਉਹਨੂੰ ਅੱਗੇ ਭੇਜ ਦੇ, ਤਰੱਕੀ ਕਰ ਗਿਆ। ਪਰ ਜੇ ਸਵਾਲ, ਜਿਹੜੀ ਪੜ੍ਹਾਈ ਸਾਡੇ ਟੀਚਰ ਨੇ ਪੜ੍ਹਾਈ, ਅਸੀਂ ਪੜ੍ਹੀਓ ਨਹੀਂ, ਅਸੀਂ ਉਹ ਸਵਾਲ ਇਹਦਾ ਹੱਲ ਕਰ ਸਕੋ, ਕਹਿੰਦੇ ਇੱਥੇ ਹੀ ਬਿਠਾਓ ਇਹਨੂੰ, ਫਿਰ ਭੇਜੋ ਪਿੱਛੇ, ਫਿਰ ਭੇਜੋ ਉਸੇ ਕਲਾਸ ਵਿੱਚ। ਐਨ ਟੌਪ ਤੋਂ ਜਾ ਕੇ ਫਿਰ ਪਿੱਛੇ ਮੁੜਿਆ। ਸਾਲ ਪੂਰਾ ਪੜ੍ਹਦਾ ਮਾਰਚ ਤੇ ਗਿਆ, ਰਿਜ਼ਲਟ ਆਇਆ 0, ਫਿਰ ਬੈਕ ਗਿਰ, ਕਹਿੰਦੇ ਚੱਲ ਪਿੱਛੇ, ਫਿਰ ਆ ਗਿਆ। ਸੰਸਾਰ ਦੇ ਵਿੱਚ ਜਨਮ ਹੋਇਆ, ਜਨਮ ਲੈ ਕੇ ਅੱਗੇ ਵਧਿਆ, ਬਚਪਨ, ਜਵਾਨੀ, ਬੁਢੇਪਾ, ਦੁਨੀਆਦਾਰੀ 'ਚ ਬੜਾ ਕੁਛ ਦੇਖਿਆ, ਜੀ ਜੰਜਾਲ, ਪਰਿਵਾਰ 'ਚ ਮੇਲੇ, ਕਾਰੋਬਾਰ, ਦੁਨੀਆਦਾਰੀ, ਮੌਜ, ਮੇਲੇ, ਰੰਗ ਤਮਾਸ਼ੇ, ਸਭ ਕੁਝ ਕੀਤਾ। ਹਉਮੈ ਮਿਟਾਉਣੀ ਸੀ, ਪਰ ਹਉਮੈ ਕਰਦਾ ਖਤਮ ਹੋ ਗਿਆ, ਤੇ ਉਹਨਾਂ ਨੇ ਫਿਰ ਚੱਕ ਕੇ ਪਿੱਛੇ ਮਾਰਿਆ, ਕਹਿੰਦੇ ਚੱਲ ਬੈ, ਫਿਰ ਜੰਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਹਉਮੈ ਇਹ ਬੰਧਨਾ, ਇਹ ਬੰਧਨ ਹੈ। ਫਿਰ ਜੂਨੀ ਪਾਏ, ਬਾਰ ਜੂਨਾਂ 'ਚ ਭਟਕ ਰਿਹਾ, ਜਨਮ ਮਰਨ ਦਾ ਗੇੜ ਨਹੀਂ ਮੁੱਕਿਆ। ਗੁਰੂ ਸਾਹਿਬ ਕਹਿੰਦੇ ਹਉਮੈ 'ਚ ਅਸੀਂ ਅਸਲ ਵਿੱਚ ਹਉਮੈ ਮਿਟਾਉਣ ਆਏ ਹਾਂ।
ਅਸੀਂ ਦਵੈਸ਼ ਖਤਮ ਕਰਨੀ ਹੈ। ਦਵੈਸ਼ ਗੁਰਬਾਣੀ ਦਾ ਇੱਕ ਵਾਕ ਹੈ ਜੀ, ਜਾਂ ਜੁਗ ਮੈਂ ਇੱਕੈ ਕੋ ਆਇਆ ਬਹੁ ਜੁਗ ਆਸ ਵਧਾਏ ਨਾ, ਜਾਂ ਜੁਗ ਮੈਂ ਇੱਕੈ ਕੋ ਆਇਆ। ਕਹਿੰਦੇ ਇਸ ਯੁੱਗ ਵਿੱਚ, ਇਸ ਸਮੇਂ ਵਿੱਚ ਅਸੀਂ ਇੱਕ ਹੋਣ ਵਾਸਤੇ, ਕਿਉਂਕਿ ਜਿੱਥੋਂ ਚੱਲੇ ਸੀ ਨਾ ਉੱਥੇ ਇੱਕ ਸੀ, ਜੋਤ ਇੱਕ ਸੀ, ਜੋਤ ਜੋਤੀ ਚ ਰਲੀ ਹੋਈ ਸੀ, ਉੱਥੇ ਪਤਾ ਨਹੀਂ ਸੀ ਲੱਗਦਾ, ਸਮੁੰਦਰ ਇੱਕੋ ਹੀ ਸੀ ਇਕੱਲਾ। ਪਰ ਜਦੋਂ ਪਾਣੀ ਦੀ ਬੂੰਦ ਵੱਖ ਹੋ ਗਈ, ਉਹਨੇ ਆਪਣਾ ਰੂਪ ਚੇਂਜ ਕਰ ਲਿਆ, ਹੁਣ ਉਹ ਬੂੰਦ ਸਾਗਰ ਨੇ ਰਹੀ ਬੂੰਦ ਬਣ ਗਈ, ਉਹਦੀ ਇੱਕ ਵੱਖਰੀ ਹੋਂਦ ਕਾਇਮ ਹੋ ਗਈ। ਉਹ ਭਟਕਣਾ ਪੈ ਗਿਆ। ਜਿੰਨਾ ਚਿਰ ਹੁਣ ਬੂੰਦ ਵਾਪਸ ਸਮਾਉਂਦੀ ਨਹੀਂ, ਉਤਨਾ ਚਿਰ ਇਹ ਦੋ ਹੀ ਰਹੇਗੀ। ਉਹਨੂੰ ਕਿਆ ਕਹਿੰਦੇ, ਇੱਕ ਹੋਣ ਵਾਸਤੇ ਸੰਸਾਰ ਚ ਆਇਆ। ਜੈ ਤੇ ਵਿਛੜੀ ਤੈ ਮਿਲੀ ਤੀਵਤ ਮਰਦਨ ਲਾਲ, ਜਿੱਥੋਂ ਅਸੀਂ ਵਿਛੜੇ ਉੱਥੇ ਮਿਲਦੇ ਨਹੀਂ, ਜਨਮ ਮਰਨ ਚੱਲਦਾ ਰਹੇਗਾ। ਹੁਣ ਅੱਗੇ ਕੀ ਕਹਿੰਦੇ ਨੇ, ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਗੁਰੂ ਸਾਹਿਬ ਕਹਿੰਦੇ ਤੁਸੀਂ ਧਿਆਨ ਤਾਂ ਦਿੱਤਾ ਹੀ ਨਹੀਂ, ਹਉਮੈ ਉਪਜਦੀ ਕਿੱਥੋਂ। ਕਿੱਥੋਂ ਉਪਜੈ, ਬਿਮਾਰੀ ਦੀ ਜੜ ਕੀ ਹੈ, ਰੋਗ ਪੈਦਾ ਕਿੱਥੋਂ ਹੋਇਆ। ਤੇ ਦੂਜੀ ਗੱਲ, ਕਿਤ ਸੰਜਮ, ਸੰਜਮ ਦਾ ਅਰਥ ਕਰਾਂਗੇ ਤਰੀਕਾ, ਜੁਗਤੀ, ਵਿਧੀ, ਮੈਥਡ। ਜਾ ਕਿਵੇਂ ਸਕਦਾ, ਖਤਮ ਕਿਵੇਂ ਹੋਏਗਾ। ਨਾ ਤੈਨੂੰ ਇਹ ਪਤਾ ਰੋਗ ਆਇਆ ਕਿਵੇਂ, ਨਾ ਇਹ ਪਤਾ ਰੋਗ ਜਾਣਾ ਕਿਵੇਂ। ਗੱਲਾਂ ਆਉਂਦੀਆਂ ਕਰਦੇ ਆ, ਗੱਲਾਂ ਧਰਮ ਦੀਆਂ ਕਰਦੇ ਆ, ਗੱਲਾਂ ਭਗਤੀ ਦੀਆਂ ਕਰਦੇ ਆ। ਇਸੇ ਕਰਕੇ ਹੀ ਮਹਾਰਾਜ ਕਹਿੰਦੇ ਜਦੋਂ ਸਾਨੂੰ ਨਾ ਬਿਮਾਰੀ ਦਾ ਪਤਾ, ਨਾ ਉਹਦੇ ਉਪਚਾਰ ਦਾ ਪਤਾ ਹੈ, ਅਸੀਂ ਬਹੁਤ ਸਾਰੇ ਧਰਮ ਦੇ ਕਰਮ ਕਰਦੇ ਹੋਏ ਵੀ ਹੌਂ ਚ ਫਸ ਜਾਂਦੇ ਆ। ਧਰਮ ਦੇ ਵਿੱਚ ਜਦੋਂ ਲੜਾਈ ਹੋ ਰਹੀ ਹੈ, ਧਾਰਮਿਕ ਸਥਾਨਾਂ ਤੇ ਲੜਾਈ ਹੋ ਰਹੀ ਹੈ, ਕੁਰਸੀਆਂ ਚੱਲਦੀਆਂ, ਡਾਂਗਾਂ ਚੱਲਦੀਆਂ, ਗੁਰਦੁਆਰਿਆਂ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਹਜ਼ੂਰੀ ਚ ਪੱਗਾਂ ਲਾਉਣ ਲੱਗ ਜਾਂਦੇ ਆ। ਵਿਦੇਸ਼ਾਂ ਚ ਬਹੁਤ ਕੁਝ ਹੁੰਦਾ ਹੈ। ਕਾਰਨ ਕੀ ਹੈ, ਹਉਮੈ ਖੜੀ ਹੈ ਹਲੇ। ਤੇ ਉਦੋਂ ਸਾਡਾ ਕੀਤਾ ਹੋਇਆ ਪਾਠ, ਪੂਜਾ, ਨਿਤਨੇਮ, ਸੇਵਾ, ਸਿਮਰਨ, ਕਥਾ, ਕੀਰਤਨ ਸਭ ਜ਼ੀਰੋ ਹੋ ਗਿਆ, ਸਭ ਜ਼ੀਰੋ। ਹਉਮੈ ਨੇ ਸਾਰਾ ਕੁਝ ਖਤਮ ਕਰ ਦਿੱਤਾ। ਤਾਂਹੀਓ ਕਿਹਾ ਸੀ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਬਰ ਭਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ। ਆ ਜਿਹੜੀਆਂ ਵਿਧੀਆਂ ਕਰਦੇ ਇਹਨਾਂ ਨਾਲ ਨਹੀਂ ਮਿਲਾਪ ਹੋਣਾ। ਮੈਂ ਕੀਏ ਕਰ ਇਹੋ ਜਿਹੇ ਕਰਮ ਪਤਾ ਨਹੀਂ ਕਿੰਨੇ ਕੀਤੇ ਰਿਹਾ, ਪਰ ਅੰਤ ਨੂੰ ਪਹੁੰਚੇ ਕਿੱਥੇ, ਸਮਝ ਕੀ ਪਈ। ਕਰਦੇ ਕਰਦੇ ਕੀ ਸਮਝ ਆਇਆ, ਸਮਝ ਇਹ ਆਇਆ, ਕਹਿੰਦੇ ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ ਦਿਓ, ਉਸਾਰੂ ਸੋਚ, ਚੰਗੀ ਸੋਚ ਦਿਓ, ਸਮਝ ਦਿਓ, ਮੈਨੂੰ ਗਿਆਨ ਦਿਓ, ਉਹ ਮਤ ਦਿਓ। ਸਾ ਮਤ ਦੇ ਦਇਆਲ ਪ੍ਰਭ ਜਿਤ ਤੁਮੈ ਅਰਾਧਾ, ਦੀਜੈ ਬੁੱਧ ਵਿਵੇਕਾ। ਕਿਉਂਕਿ ਜਿਹੜੀ ਵਿਵੇਕ ਬੁੱਧੀ ਹੈ ਨਾ, ਵਿਵੇਕ ਬੁੱਧੀ ਪਰਖੇਗੀ ਵੀ ਹਉਮੈ ਕਿੰਨੀ ਹੈ, ਕਿੱਥੋਂ ਆਉਂਦੀ ਹੈ ਤੇ ਕਿਵੇਂ ਜਾਂਦੀ ਹੈ। ਉਹ ਵਿਵੇਕ ਬੁੱਧੀ ਕਰਦੀ ਹੈ। ਤੀਖਣ ਮਤ ਜਿਹਨੂੰ ਕਿਹਾ, ਜਿਹੜੀ ਗਿਆਨ ਦੀ ਪ੍ਰਚੰਡ ਕਿਸਮ ਹੈ ਨਾ, ਪ੍ਰਚੰਡ, ਜਦੋਂ ਗਿਆਨ ਪ੍ਰਚੰਡ ਰੂਪ ਚ ਬਲਦਾ, ਉਹ ਵਿਵੇਕ ਬੁੱਧੀ ਹੁੰਦੀ ਹੈ, ਜਿਹੜੀ ਚੰਗੇ ਮਾੜੇ ਦੀ, ਬੁਰੇ ਦੀ, ਭਲੇ ਦੀ ਪਰਖ ਕਰਦੀ ਹੈ। ਕੀ ਸਹੀ ਹੈ, ਕੀ ਗਲਤ ਹੈ, ਜਿਹੜਾ ਫੈਸਲਾ ਕਰਦੀ ਹੈ ਨਾ ਅੰਦਰ, ਵਿਵੇਕ ਬੁੱਧੀ ਹੁੰਦੀ ਹੈ। ਮੈਂ ਜੋ ਕਰਨ ਲੱਗਿਆ ਠੀਕ ਹੈ, ਇਹ ਗਲਤ ਹੈ, ਇਹਦਾ ਰਿਜ਼ਲਟ ਕੀ ਹੈ, ਕੀ ਨੁਕਸਾਨ ਹੈ, ਮੈਨੂੰ ਕੀ ਹੈ, ਸਮਾਜ ਨੂੰ ਕੀ ਹੈ, ਦੁਨੀਆ ਨੂੰ ਕੀ ਹੈ। ਉਹ ਜਿਹੜੀ ਫਰਕ ਹੈ ਫਿਰ ਉੱਥੇ ਸਾਨੂੰ ਸਮਝਾਉਂਦੀ ਹੈ, ਸਾਨੂੰ ਰੋਕ ਵੀ ਲੈਂਦੀ ਹੈ ਮਾੜੇ ਪਾਸੇ ਜਾਣ ਤੋਂ। ਉਹਨੂੰ ਵਿਵੇਕ ਬੁੱਧ ਕਹਿੰਦੇ ਨੇ। ਉਹ ਮਹਾਰਾਜ ਕਹਿੰਦੇ ਮਿਲਦੀ ਹੈ ਸੁਆਮੀ ਤੋਂ। ਸੁਆਮੀ ਹੈ ਅੰਦਰ, ਮੇਰੀ ਆਤਮਾ, ਮੇਰਾ ਅੰਤਰ ਆਤਮਾ, ਮੇਰਾ ਮੂਲ, ਮੇਰਾ ਗੁਰ, ਉਹ ਮੇਰਾ ਸੁਆਮੀ ਹੈ। ਮਨ ਕਹਿ ਰਿਹਾ ਮਹਾਰਾਜ ਵੀ ਬਾਹਰੋਂ ਤਾਂ ਮੈਂ ਬੜਾ ਭੜਕ ਲਿਆ, ਬਾਹਰ ਬੜਾ ਕੁਝ ਕਰਕੇ ਵੇਖ ਲਿਆ, ਪਰ ਥੱਕ ਕੇ ਹਾਰ ਕੇ ਮੈਂ ਆਪਣੇ ਸੁਆਮੀ ਦੇ ਕੋਲ ਹੀ ਆਇਆ। ਮੈਨੂੰ ਫਿਰ ਅੰਦਰੋਂ ਮੱਤ ਲੈਣੀ ਪਈ। ਬੇਨਤੀ ਉੱਥੇ ਹੀ ਕੀਤੀ ਅੰਦਰ ਲੈ ਕੇ, ਦੀਜੈ ਬੁੱਧ ਵਿਵੇਕਾ, ਵਿਵੇਕ ਬੁੱਧੀ ਦਿਓ। ਤੋ ਹਉਮੈ ਉਪਜੀ ਕਿੱਥੋਂ ਆ? ਕਹਿੰਦੇ ਹਉਮੈ ਉਪਜੀ ਹੈ ਤੇਰੇ ਅੰਦਰੋਂ। ਹਉਮੈ ਦਾ ਫੁਰਨਾ, ਹਉਮੈ ਦਾ ਖਿਆਲ ਅੰਦਰੋਂ ਹੀ ਬਣਦਾ ਹੈ ਤੇ ਅੰਦਰ ਹੀ ਮਿਟਦਾ ਹੈ, ਮਿਟੇਗਾ ਵੀ ਅੰਦਰ ਹੀ। ਨਾ ਇਹਨੂੰ ਇੰਝ ਕਹਿ ਸਕਦੇ ਨਾ ਸਮਝੀ ਕਾਰਨ ਹਉਮੈ ਉਪਜ ਗਈ, ਤੇ ਸਮਝ ਨਾਲ ਹਉਮੈ ਖਤਮ ਹੋ ਗਈ। ਨਾ ਦੇਖੋ, ਸਮਝ ਨਹੀਂ ਸੀ, ਸੋਝੀ ਨਹੀਂ ਸੀ, ਹੰਕਾਰ ਕਰਦਾ। ਬੱਚਾ ਜਦੋਂ ਲੜਦਾ, ਛੋਟਾ ਹੁੰਦਾ ਬੱਚਾ, ਹਨਾ, ਬੱਚਾ ਲੜ ਪੈਂਦਾ, ਬੱਚਾ ਜਿੱਦ ਕਰਦਾ, ਉਹਨੂੰ ਸਮਝ ਨਹੀਂ ਹੁੰਦੀ।
ਵੀ ਹਾਂ ਮੈਂ ਲੜਨਾ ਨਹੀਂ ਜਾਂ ਜਿੱਦ ਨਹੀਂ ਕਰਨਾ ਜਾਂ ਦੂਜੇ ਬੱਚੇ ਦੀ ਮੈਨੂੰ ਚੀਜ਼ ਨਹੀਂ ਚੱਕਣੀ ਚਾਹੀਦੀ, ਮੈਨੂੰ ਹਨਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹ ਕਦੋਂ ਪਤਾ ਲੱਗਦਾ ਜਦੋਂ ਵੱਡਾ ਹੋ ਜਾਂਦਾ, ਸਮਝ ਕੇ ਉੱਥੇ ਵੱਡਾ ਕੀ ਹੋਇਆ, ਸਰੀਰ ਨਹੀਂ ਵੱਡਾ ਹੋਇਆ, ਉੱਥੇ ਅਕਲ ਵੱਡੀ ਹੋ ਗਈ, ਮੱਤ ਵੱਡੀ ਹੋ ਗਈ, ਉਹਨੂੰ ਸੋਝੀ ਆਉਣ ਲੱਗ ਪਈ। ਅਕਲ ਕਾਹਦੇ ਨਾਲ ਵੱਡੀ? ਗਿਆਨ ਨਾਲ, ਸਮਝ ਨਾਲ, ਨੌਲੇਜ ਨਾਲ। ਤਾਂ ਅਸੀਂ ਕਹਿੰਦੇ ਵੀ ਹੁਣ ਤੂੰ ਵੱਡਾ ਹੋ ਗਿਆ। ਸਰੀਰ ਵੱਡਾ ਵੈਸੇ ਵੀ ਹੋ ਜਾਂਦਾ, ਅਕਲ ਦਾ ਵੱਡਾ ਹੋਣਾ ਮਾਇਨੇ ਰੱਖਦਾ, ਸਰੀਰ ਦਾ ਵੱਡਾ ਹੋਣਾ ਮਾਇਨੇ ਨਹੀਂ ਰੱਖਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ 5.25 ਸਾਲ ਦੀ ਉਮਰ 'ਚ ਗੁਰਤਾ ਗੱਦੀ ਤੇ ਬੈਠ ਗਏ ਸੀ। ਸਰੀਰ ਤਾਂ ਛੋਟਾ ਸੀ ਪਰ ਅਕਲ ਕਿੱਡੀ ਵੱਡੀ ਸੀ। ਅਕਲ ਔਰੰਗਜ਼ੇਬ ਦੇ ਵੀ ਉੱਪਰ ਦੀ ਜਾ ਰਹੀ ਸੀ। ਔਰੰਗਜ਼ੇਬ ਬਾਦਸ਼ਾਹ ਹੈਰਾਨ ਰਹਿ ਗਿਆ ਵੀ ਬਾਲ ਉਮਰ ਦਾ, ਨਿੱਕੀ ਜਿਹੀ ਉਮਰ ਦਾ ਬਾਲਾ ਪ੍ਰੀਤਮ ਹੈ, ਬਾਲ ਗੁਰੂ ਹੈ, 7-8 ਸਾਲ ਦੀ ਉਮਰ ਹੈ, ਤੇ ਮੈਨੂੰ ਬਾਦਸ਼ਾਹ ਨੂੰ ਮਿਲਣ ਦਾ ਇਨਕਾਰ ਕਰ ਦਿੱਤਾ। ਦੁਨੀਆ ਮੇਰੇ ਅੱਗੇ ਸਲਾਮਾਂ ਕਰਦੀ ਹੈ, ਮੇਰੇ ਤੋਂ ਡਰਦੇ ਨੇ, ਮੈਂ ਆਵਾਜ਼ ਮਾਰਾਂ ਸਾਰੀ ਦੁਨੀਆ ਇਕੱਠੀ ਹੋ ਜੀ, ਮੇਰੇ ਪੈਰਾਂ 'ਚ ਸਲਾਮਾਂ ਹੁੰਦੀਆਂ, ਮੈਨੂੰ ਲੱਖਾਂ ਦੇ ਤੋਹਫੇ ਆਉਂਦੇ ਨੇ, ਪੈਸੇ ਮੇਰੇ ਅੱਗੇ ਚੜ੍ਹਦੇ, ਸਭ ਕੁਝ ਹੋ ਰਿਹਾ। ਮੇਰਾ ਡਰ ਹੈ, ਮੇਰਾ ਖੌਫ ਹੈ ਵੀ 7-8 ਸਾਲ ਦਾ ਬੱਚੇ ਨੇ ਮੇਰੇ, ਇਹੀ ਨੇ ਮੇਰੇ ਅੱਗੇ ਝੁਕ ਰਿਹਾ, ਮੇਰੇ ਤੇ ਮਿੱਟੀ ਹੋ ਗਈ, ਹੱਦ ਹੋ ਗਈ। ਇੱਕ ਬੱਚਾ ਨਹੀਂ, ਇੱਕ ਨਿੱਕੀ ਉਮਰ ਦਾ ਧਾਰਮਿਕ ਗੁਰੂ ਹੈ, ਉਹਨੇ ਮੇਰਾ ਕੋਈ ਡਰ ਤਾਂ ਨਹੀਂ ਮੰਨਿਆ। ਤੇ ਹੁਣ ਕੀ ਸੀ ਉੱਥੇ ਵੱਡਾ? ਫਿਰ ਵੱਡਾ ਕੌਣ ਹੋਇਆ? ਵੱਡੀ ਹੋਈ ਵਿਵੇਕ ਬੁੱਧ। ਗੁਰੂ ਹਰਕ੍ਰਿਸ਼ਨ ਮਹਾਰਾਜ ਕੋਲ ਵਿਵੇਕ ਬੁੱਧ ਸੀ, ਪ੍ਰਚੰਡ ਗਿਆਨ ਸੀ, ਜਿਹੜਾ ਕਿਸੇ ਦੀ ਵੀ ਪਰਵਾਹ ਨਹੀਂ ਮੰਨਦਾ। ਉਹਨਾਂ ਕੋਲ ਉਹ ਗਿਆਨ ਸੀ ਕਬੀਰ ਜੀ ਵਾਲਾ, ਕੋ ਹਰਸ਼ ਮਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤੇ ਦਵਾਜਾ। ਕਹਿੰਦੇ ਤੈਨੂੰ ਤੁਸੀਂ ਰਾਜਾ ਮੰਨਦੇ ਨਹੀਂ, ਰਾਜਾ ਤੇ ਪਰਮੇਸ਼ਰ ਹੈ, ਤੂੰ ਭੂਪਤ ਹੈ, ਤੂੰ ਜ਼ਮੀਨ ਨਾਲ ਜੁੜਿਆ ਹੋਇਆ, ਤੂੰ ਜ਼ਮੀਨ ਦੇ ਲੋਭ ਲਾਲਚ 'ਚ, ਮੋਹ ਮਾਇਆ ਦੇ ਲੋਭ ਲਾਲਚ 'ਚ ਲੋਕਾਂ ਨੂੰ ਮਾਰਦਾ ਹੈ, ਲੋਕਾਂ ਨੂੰ ਡਰਾਉਣਾ ਹੈ, ਹੰਕਾਰ ਦੀ ਅੱਗ 'ਚ ਤੂੰ ਸੜ ਰਿਹਾ ਹੈ, ਈਰਖਾ 'ਚ ਤੂੰ ਸੜ ਰਿਹਾ ਹੈ, ਤੂੰ ਹਿੰਦੂਆਂ ਨੂੰ ਮਾੜਾ ਮੰਨਦਾ ਹੈ, ਤੂੰ ਕਤਲ ਕਰਦਾ, ਤੂੰ ਕਾਹਦਾ ਰਾਜਾ ਹੈ? ਤੂੰ ਤਾਂ ਕਾਤਲ ਹੈ। ਤੇਰੇ ਤੇ ਕਹਿੰਦੇ ਮੱਥੇ ਵੀ ਨਹੀਂ ਲੱਗਣਾ, ਜਾ ਤੇਰੇ ਮੱਥੇ ਵੀ ਨਹੀਂ ਲੱਗਣਾ, ਨਾ ਤੇਰੇ ਦਰਸ਼ਨ ਕਰਨੇ, ਨਾ ਤੈਨੂੰ ਦਰਸ਼ਨ ਦੇਣੇ ਹੈ। ਨਹਿ ਮਲੇਸ਼ ਕੋ ਦਰਸ਼ਨ ਦੇ। ਹੁਣ ਕੀ ਬੋਲਿਆ ਉੱਥੇ? ਉੱਥੇ ਬੋਲੀ ਵਿਵੇਕ ਬੁੱਧ, ਪ੍ਰਚੰਡ ਗਿਆਨ, ਚੰਡੀ। ਇਹਨੂੰ ਕਿਹਾ ਸੀ 10ਵੇਂ ਪਾਤਸ਼ਾਹ ਨੇ, ਚੰਡੀ ਪ੍ਰਗਟ ਹੋਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਆਹ ਚੰਡੀ ਪ੍ਰਗਟ ਹੁੰਦੀ ਇਸ ਤਰ੍ਹਾਂ, ਉਹ ਨਹੀਂ ਹੈ ਜਿਹੜੀ ਕਹੀ ਜਾਂਦੇ ਜੀ ਨੈਣਾ ਦੇਵੀ ਨੂੰ ਚੰਡੀ ਕਿਹਾ। ਗੁਰਮਤਿ ਚੰਡੀ ਹੈ ਜਿਹੜੀ ਚੰਡ ਦਿੰਦੀ ਹੈ, ਚੰਡ ਦੀ ਹੈ ਜਿਹੜੀ ਦੁਸ਼ਮਣ ਕੈਸਾ ਵੀ ਆਵੇ ਚੰਡ ਕੇ ਰੱਖ ਦਿੰਦੀ ਹੈ। ਗੁਰਮਤਿ ਖੁਦ ਚੰਡੀ ਹੈ, ਗੁਰਬਾਣੀ ਸਾਰੀ ਚੰਡੀ ਹੈ। ਸਾਡੇ ਮਨ ਨੂੰ ਚੰਡਦੀ ਹੈ, ਸਾਹਮਣੇ ਵਾਲਾ ਵੀ ਉਹਨੂੰ ਵੀ ਚੰਡ ਦਿੰਦੀ ਹੈ। ਸਭ ਤੋਂ ਪਹਿਲਾਂ ਅਸੀਂ ਇਸ ਦੇ ਨਾਲ ਆਪਣੇ ਮਨ ਨੂੰ ਚੰਡਣਾ। ਚੰਡਣ ਦਾ ਅਰਥ ਸਮਝਦੇ ਨੇ ਆਪਾਂ? ਸਾਡੇ ਪੰਜਾਬ ਦੀ ਕਹਾਵਤ ਹੈ ਵੀ ਖੁਰਪਾ ਤੇ ਮੁੰਡਾ ਬੱਚਾ ਚੰਡਿਆ ਹੋਇਆ ਹੀ ਕੰਮ ਦਿੰਦਾ, ਚੰਡਿਆ ਹੋਇਆ ਚੰਗਾ ਹੁੰਦਾ। ਇੱਥੇ ਕਹਿੰਦੇ ਹੁੰਦੇ ਨਾ ਜੀ, ਖੁਰਪਾ ਤੇ ਰੰਬਾ, ਨਾ ਖੁਰਪਾ ਤੇ ਮੁੰਡਾ, ਚੰਡੇ ਹੋਏ ਚੰਗੇ ਨੇ। ਤਿੱਖੇ ਰੱਖੋ, ਚੰਡ ਕੇ ਰੱਖੋ, ਫਿਰ ਵਧੀਆ ਕੰਮ ਕਰਦੇ ਨੇ। ਮਨ ਨੂੰ ਅਸੀਂ ਚੰਡ ਕੇ ਰੱਖਣਾ ਹੈ, ਪਰ ਚੰਡੋਗੇ ਕਿਹਦੇ ਨਾਲ? ਚੰਡੀ ਨਾਲ। ਜਿਹੜੀ ਵਾਰ ਹੈ, ਜਿਹੜੀ ਬਾਣੀ ਹੈ, ਇਹ ਚੰਡੀ ਹੈ, ਇਹ ਸਾਨੂੰ ਚੰਡਦੀ ਹੈ ਮਨ ਨੂੰ, ਪ੍ਰਚੰਡ ਗਿਆਨ ਦਿੰਦੀ ਹੈ ਜਿਹੜੀ ਸਾਨੂੰ। ਵਿਆਹ ਹੋਆ ਮੇਰੇ ਬਾਬਲਾ, ਹੁਣ ਗੱਲ ਵਿਆਹ ਦੀ ਹੋ ਰਹੀ ਹੈ, ਦੇਖੋ ਆ ਕਿੱਧਰ ਨੂੰ ਗਈ ਚਲਦੀ ਚਲਦੀ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਲਓ ਕਹਿੰਦੇ ਕੀ ਵਿਆਹ ਹੋਇਆ? ਵਿਆਹ ਮੇਰਾ ਗੁਰੂ ਨਾਲ ਇਹ ਹੋਇਆ ਵੀ ਗੁਰੂ ਨੇ ਮੇਰੇ ਅੰਦਰ ਗਿਆਨ ਦੀ ਅੱਗ ਬਾਲੀ, ਅੱਗ ਬਲੀ ਪ੍ਰਚੰਡ, ਪ੍ਰਚੰਡ ਅਗਨੀ ਲੱਟ ਲੱਟ ਕਰਕੇ ਜਵਾਲਾ ਭੜਕ ਗਈ, ਗਿਆਨ ਦੀ ਅੱਗ ਭੜਕੀ, ਪ੍ਰਚੰਡ ਰੂਪ ਧਾਰਨ ਕਰ ਲਿਆ ਗਿਆਨ ਨੇ। ਉਹਦੇ ਨਾਲ ਹੋਇਆ ਕਿ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਸਾਰਾ ਹਨੇਰਾ, ਸਾਰੀ ਮੈਲ, ਹੰਕਾਰ, ਈਰਖਾ, ਨਫ਼ਰਤ, ਦਵੈਸ਼, ਜਿੰਨੀ ਝੂਠ ਮੂਠ ਸੀ ਸਾਰੀ ਬਿਨਸ ਗਈ। ਮਨ ਸਾਫ਼ ਹੋ ਗਿਆ ਸੀ। ਕਹਿੰਦੇ ਮਨ ਕਿਵੇਂ ਸਾਫ਼ ਹੋਵੇ? ਏਦਾਂ ਹੁੰਦਾ ਸਾਫ਼। ਕਰੋ, ਕੋਈ ਵੀ ਕਰ ਲਓ, ਹੁਣੇ ਕਰ ਲਓ ਬੈਠੇ ਬੇਸ਼ੱਕ, ਗੁਰਮਤਿ ਨਾਲ ਕਰੋ ਆਪਣਾ ਮਨ ਸਾਫ਼। ਤੀਰਥਾਂ ਤੇ ਆ ਕੇ ਨਹੀਂ ਹੋਣਾ, ਨਾ ਚੌਂਕੀਆਂ ਭਰ ਕੇ ਹੋਣਾ ਕਿਸੇ ਸਾਧ ਦੀਆਂ, ਠੀਕ ਹੈ ਨਾ, ਨਾ ਝਾੜੂ ਚੜਾ ਕੇ ਹੋਣਾ, ਨਾ ਨੂਣ ਚੜਾ ਕੇ ਹੋਣਾ। ਮਨ ਦੀ ਮੈਲ ਆ, ਮਨ ਦੀ ਮੈਲ ਅੰਦਰ ਹੈ, ਇਹਨੂੰ ਧੋਣ ਵਾਲੀ ਬਾਣੀ ਅੰਦਰ ਲੈ ਕੇ ਜਾਣੀ ਪਊਗੀ, ਉਸ ਸੱਚ ਅੰਦਰ ਲਿਆਉਣਾ ਪਊਗਾ। ਏਦਾਂ ਮਹਾਰਾਜ ਕਹਿੰਦੇ ਇੱਥੋਂ ਸਮਝੋ ਹਉਮੈ ਕਿੱਥੋਂ ਉਪਜੈ, ਅੰਦਰੋਂ ਉਪਜੀ, ਕਿਤ ਸੰਜਮੈ ਜਾਇ। ਤਰੀਕਾ ਕੀ ਹੈ? ਤਰੀਕਾ ਹੁਣ ਅੱਗੇ ਦੱਸਣਗੇ। ਪਹਿਲੀ ਗੱਲ ਤਾਂ ਇਹ ਪਤਾ ਲੱਗ ਗਿਆ ਵੀ ਅੰਦਰੋਂ ਆਉਂਦੀ, ਬਾਹਰੋਂ ਨਹੀਂ ਆਉਂਦੀ। ਆਉਂਦੀ ਅੰਦਰੋਂ, ਕਰਮ ਬਾਹਰ ਹੋਏਗਾ, ਪਰ ਹਉਮੈ ਅੰਦਰੋਂ ਪੈਦਾ ਹੋਏਗੀ। ਖਿਆਲ ਜਿਹੜਾ ਆ ਜਾਂਦਾ ਨਾ ਮੈਂ ਦਾ, ਹਉਮੈ ਦਾ, ਬਸ ਉਹ ਖਿਆਲ ਹੀ ਫੜਦਾ ਸੀ। ਹਉਮੈ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ। ਹੁਣ ਕਹਿੰਦੇ ਹਉਮੈ ਨੂੰ
ਇਹਦੇ ਵਿੱਚ ਐਡ ਕਰੋ ਵਰਡ ਹਉਮੈ ਨੂੰ। ਇਹ ਹੁਕਮ ਹੈ ਕਿ ਹੁਕਮ ਇਹ ਹੈ ਵੀ ਜਿਹੜਾ ਤੇਰੇ ਚ ਫਸ ਗਿਆ, ਜਿਹਨੂੰ ਤੂੰ ਆਪਣੇ ਵੱਸ ਚ ਕਰ ਲਿਆ, ਜਿਹਨੂੰ ਤੂੰ ਪ੍ਰਭਾਵਿਤ ਕਰ ਲਿਆ, ਜਿਹੜਾ ਤੇਰੇ ਝਮੇਲੇ ਚ ਪੈ ਗਿਆ, ਕਿਰਤ ਫਿਰ ਆਏ ਬਸ ਉਹ ਆਹੀ ਫਿਰ ਹਉਮੈ ਦੀ ਕਿਰਤ ਕਰਦਾ ਫਿਰੀ ਜਾਂਦਾ, ਭਟਕੀ ਜਾਂਦਾ। ਹਉਮੈ ਚ ਪੈ ਕੇ ਕਿਰਤ, ਕਿਹੜੀ ਕਿਰਤ ਹੈ? ਕਿਰਤ ਕਰਮ ਕੇ ਵਿਛੜੇ। ਹੁਣ ਕਿਰਤ ਦਾ ਅਰਥ ਉਰੇ ਨੈਗੇਟਿਵ ਆ ਰਿਹਾ, ਕਿਰਤ ਉਹਦੇ ਧਿਆਨ ਵਿੱਚ ਰੱਖਿਓ, ਪੋਜ਼ਿਟਿਵ ਨਹੀਂ ਆ ਰਿਹਾ ਕਿਰਤ। ਜਿਹੜਾ ਉੱਥੇ ਵੀ ਹੈ ਨਾ 12 ਮਹਾਮਾਜ ਦੇ ਵਿੱਚ ਕਿਰਤ ਕਰਮ ਕੇ ਵਿਛੜੇ, ਉਹ ਵੀ ਨੈਗੇਟਿਵ ਕਿਰਤ ਹੈ, ਜਿਹੜੀ ਮਨ ਨੇ ਕਿਰਤ ਕੀਤੀ ਕਲਪਨਾ ਦੀ 24 ਘੰਟੇ। ਮੈਂ ਕਰਦਾ, ਮੈਂ ਕਰ ਦਾਂਗਾ, ਮੈਂ ਐਂ ਬਣਾ ਲਾਂਗਾ, ਮੈਂ ਕਰ ਦਾਂਗਾ, ਜਿਹੜੀਆਂ ਪਲੈਨਿੰਗਾਂ ਕਰਦਾ ਫਿਰਦਾ ਹੈ ਹੁਕਮ ਤੋਂ ਬਾਹਰੀਆਂ। ਕਹਿੰਦੇ ਹਉਮੈ ਨੂੰ ਇਹ ਹੁਕਮ ਹੈ ਕਿ ਭਾਈ ਜਿਹੜਾ ਤੇਰੇ ਚ ਪੈ ਗਿਆ, ਜਿਹੜਾ ਤੇਰੇ ਚ ਫਸ ਗਿਆ, ਕਿਰਤ ਫਰਾਹ। ਫਰਾਹ ਦਾ ਅਰਥ ਕੀ ਹੈ? ਜਿਹੜਾ ਉੱਪਰ ਹੈ ਜੂਨੀ ਪਾਹੇ, ਬਾਰ ਬਾਰ ਭਟਕੇਗਾ, ਭਟਕੀ ਜਾਏਗਾ। ਫਿਰ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਨਾ ਕਿਸੇ ਨੂੰ, ਕਿੱਧਰ ਫਿਰ ਰਿਹਾ, ਕਿੱਧਰ ਨੂੰ ਤੁਰਿਆ, ਕਿੱਧਰ ਨੂੰ ਮੂੰਹ ਚੱਕਿਆ। ਭਾਵ ਬਿਨਾਂ ਕੰਮ ਤੋਂ ਜਦੋਂ ਕੋਈ ਤੁਰਦਾ ਫਿਰਦਾ ਉਹਨੂੰ ਕਹਿੰਦੇ ਵਿਹਲਾ ਭਟਕ ਰਿਹਾ ਫਿਰਦਾ, ਤੁਰਦਾ ਫਿਰਦਾ ਵਿਹਲਾ ਹੀ। ਉਹ ਫਿਰ ਕਿਰਤ, ਇਸ ਮਾਇਆ ਦੀ ਕਿਰਤ ਵਿੱਚ ਫਸਿਆ ਭਟਕਦਾ ਰਹਿੰਦਾ ਹੈ। ਹੁਣ ਅੱਗੇ ਕੀ ਕਹਿੰਦੇ? ਕਹਿੰਦੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹਉਮੈ ਦੀਰਘ ਰੋਗ ਹੈ। ਦੀਰਘ ਦਾ ਅਰਥ ਹੁੰਦਾ ਲੰਮਾ, ਭਿਆਨਕ। ਦਾਰੂ ਪੀ ਇਸ ਮਾਹੇ। ਹੁਣ ਇਹ ਜਿਹੜਾ ਲਿਖਿਆ ਨਾ ਇੱਥੇ ਇਸ ਮਾਹੇ, ਦਾਰੂ ਪੀ ਇਸ ਮਾਹੇ, ਇਹਦਾ ਅਰਥ ਕੀ ਆ? ਹੁਣ ਅਸੀਂ ਵੀ ਕੁਛ ਹੋਰ ਸਮਝਦੇ ਰਹੇ ਪਹਿਲਾਂ। ਹੁਣ ਵਰਡ ਦੇ ਪਿੱਛੇ ਭਾਵ ਫੜਨਾ ਪੈਣਾ। ਸਹੀ ਥਾਂ ਤੇ ਸ਼ਬਦ ਅਰਥ ਕਲੀਅਰ ਕਰ ਜਾਂਦੇ ਨੇ, ਪਰ ਕਈ ਵਾਰੀ ਸ਼ਬਦ ਸਿੰਪਲ ਹੁੰਦੇ ਨੇ, ਅਰਥ ਉਹਨਾਂ ਦਾ ਕੁਛ ਹੋਰ ਹੁੰਦਾ। ਹੁਣ ਇਹਦਾ ਅਰਥ ਵੀ ਹਉਮੈ ਦੀਰਘ ਰੋਗ ਹੈ। ਇਹ ਤੇ ਪਤਾ ਲੱਗ ਗਿਆ ਵੀ ਹਾਂਜੀ ਹਉਮੈ ਬੜਾ ਵੱਡਾ ਰੋਗ ਹੈ, ਭਿਆਨਕ ਰੋਗ ਹੈ, ਬੜਾ ਖਤਰਨਾਕ ਹੈ, ਬੜਾ ਟੇਢਾ ਰੋਗ ਹੈ ਜੀ, ਛੇਤੀ ਛੇਤੀ ਪਤਾ ਨਹੀਂ ਲੱਗਦਾ, ਸਾਰੀ ਦੁਨੀਆ ਨੂੰ ਇਹਨੇ ਆਪਣੇ ਗਲਬੇ ਚ ਲਿਆ ਹੋਇਆ। ਦੀਰਘ ਰੋਗ ਤਾਂ ਹੈ। ਦਾਰੂ ਪੀ ਇਸ ਮਾਹੇ, ਇਸ ਮਾਹੇ ਇਹਦਾ ਅਰਥ ਹੈ ਵੀ ਇਹਦਾ ਦਾਰੂ ਹੈ, ਇਹਦੀ ਦਵਾਈ ਹੈ, ਇਹਦਾ ਇਲਾਜ ਹੋ ਸਕਦਾ ਹੈ, ਇਹਦੀ ਦਵਾਈ ਹੈ। ਇਸ ਮਾਹੇ ਦਾ ਅਰਥ ਹੈ ਇਸ ਰੋਗ ਦੀ ਵਿੱਚ ਵੀ ਦਵਾਈ ਹੁੰਦੀ ਹੈ। ਇਹਨੂੰ ਹੁਣ ਐਂ ਲੱਗੂ ਵੀ ਏਦਾਂ ਦੀ ਗੱਲ ਬਣਦੀ ਨਹੀਂ। 500 ਸਾਲ ਪਿੱਛੇ ਜਾ ਕੇ ਦੇਖੋ, ਜਦੋਂ ਗੁਰੂ ਸਾਹਿਬ ਕਿਹੜੀ ਭਾਸ਼ਾ ਬੋਲਦੇ ਹੁੰਦੇ ਸੀ, ਜਿਹੜੀ ਭਾਸ਼ਾ ਚ ਅਸੀਂ ਗੱਲ ਕਰ ਰਹੇ ਨਾ, ਜਿਹੜੀ ਪੰਜਾਬੀ ਅਸੀਂ ਬੋਲ ਰਹੇ, ਇਹ ਤੇ ਉਦੋਂ ਭਾਸ਼ਾ ਹੀ ਨਹੀਂ ਸੀ। ਇਹ ਭਾਸ਼ਾ ਨਹੀਂ ਸੀ ਜਿਵੇਂ ਅਸੀਂ ਹੁਣ ਗੱਲ ਕਰ ਰਹੇ ਨਾ, ਜਿਹੜੀ ਅਸੀਂ ਬੋਲੀ ਬੋਲ ਰਹੇ ਹਾਂ, ਅਰਥ ਅਸੀਂ ਸਮਝ ਸਾਡੇ ਉਹੀ ਆਉਣਾ, ਪਰ ਸ਼ਬਦਾਵਲੀ ਇਸ ਤਰ੍ਹਾਂ ਨਹੀਂ ਸੀ ਬੋਲੀ ਜਾਂਦੀ। ਉਹ ਡਿਫਰੈਂਟ ਸ਼ਬਦਾਵਲੀ ਸੀ, ਵੱਖਰੀ ਸ਼ਬਦਾਵਲੀ ਹੁੰਦੀ ਸੀ, ਉਹ ਸ਼ੈਲੀ ਵੱਖਰੀ ਹੁੰਦੀ ਸੀ ਭਾਸ਼ਾ ਦੀ। ਉਹਦੇ ਉਦੋਂ ਗੱਲ ਇਹ ਕੀਤੀ ਜਾਂਦੀ ਸੀ ਵੀ ਹਾਂਜੀ ਇਹਦੀ ਕੋਈ ਦਾਰੂ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਇਹਦੀ ਦਾਰੂ ਹੈਗੀ ਹੈ, ਆਪਾਂ ਕਹਾਂਗੇ ਇਹਦੀ ਦਾਰੂ ਹੈ, ਉਹ ਕਹਿੰਦੇ ਇਸ ਮਾਹੇ, ਦਾਰੂ ਤੇ ਇਸ ਮਾਹੇ। ਇਹਦਾ ਅਰਥ ਵੀ ਅਰਥ ਉਹੀ ਬਣੇਗਾ ਵੀ ਹਾਂ ਭਾਈ ਰੋਗ ਵੱਡਾ ਹੈ, ਭਿਆਨਕ ਹੈ, ਪਰ ਇਹਦੀ ਦਾਰੂ ਹੈਗੀ ਆ। ਕੈਂਸਰ ਬਹੁਤ ਵੱਡਾ ਰੋਗ ਹੈ, ਪਰ ਘਬਰਾਓ ਨਾ, ਕਹਿੰਦੇ ਇਹਦਾ ਇਲਾਜ ਹੈਗਾ। ਇਹ ਗੱਲ ਵੀ ਇਹਦਾ ਦਾਰੂ ਹੁੰਦਾ ਹੈ। ਇਸ ਰੋਗ ਦੇ ਵਿੱਚ ਵੀ ਦਵਾ ਦਾਰੂ ਹੋ ਸਕਦੀ ਹੈ, ਇਸ ਰੋਗੀ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ, ਇਸ ਰੋਗ ਨੂੰ ਦਵਾਈ ਦੇ ਕੇ ਠੀਕ ਕਰ ਸਕਦੇ ਹਾਂ। ਇਸ ਮਾਹੇ ਦਾ ਅਰਥ ਹੈ ਇਸ ਰੋਗ ਦੀ ਦਾਰੂ ਹੁੰਦੀ ਹੈ। ਹੁਣ ਉਹ ਦਾਰੂ ਕੀ ਹੈ? ਹੁਣ ਦੱਸਿਆ ਅੱਗੇ। ਹੁਣ ਇਹ ਤਾਂ ਦੱਸਤਾ ਵੀ ਹਾਂਜੀ ਇਹਦੀ ਦਵਾ ਹੈਗੀ ਹੈ। ਹੁਣ ਫਿਰ ਬੰਦਾ ਪੁੱਛੇਗਾ ਜੀ ਕਿਹੜੀ ਹੈ? ਮਹਾਰਾਜ ਕਹਿੰਦੇ ਦਵਾਈ ਕੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਆਹ ਦਾਰੂ ਹੈ ਦੀ। ਜਿਹਨੇ ਹਉਮੈ ਮਾਰਨੀ ਹੈ, ਹਉਮੈ ਮਿਟਾਉਣੀ ਹੈ, ਗੁਰ ਕਾ ਸ਼ਬਦ ਕਮਾ ਲੇ। ਗੁਰ ਕਾ ਸ਼ਬਦ ਕਮਾਉਣਾ ਪਏਗਾ। ਜੇ ਤਾਂ ਅਸੀਂ ਦੇਖੋ, ਪਹਿਲਾਂ ਤਾਂ ਬੰਦਾ ਇਹ ਮੰਨ ਲਓ ਵੀ ਹਾਂ ਹਉਮੈ ਦਾ ਮੈਨੂੰ ਰੋਗ ਹੈਗਾ। ਦਾਰੂ ਦੀ ਗੱਲ ਤਾਂ ਬਾਅਦ ਚ ਹੋਣੀ ਹੈ ਨਾ। ਆਪਾਂ ਤੰਦਰੁਸਤ ਬੰਦੇ ਨੂੰ ਤਾਂ ਦਵਾਈ ਦੇਣੀ ਨਹੀਂ। ਦਵਾਈ ਉਸ ਨੂੰ ਦਿੱਤੀ ਜਾਏਗੀ ਜਿਹੜਾ ਹਸਪੀਟਲ ਚ ਚਲਾ ਗਿਆ, ਐਡਮਿਟ ਹੋ ਗਿਆ, ਡਾਕਟਰ ਸਾਹਿਬ ਮੇਰਾ ਬੁਰਾ ਹਾਲ ਹੈ, ਮੈਨੂੰ ਜਿਹੜਾ ਬੁਖਾਰ 102 104, ਪਹਿਲਾਂ ਪਿੰਡਾ ਤਪਦਾ ਸੀ ਪਰ ਮੈਂ ਮੰਨਿਆ ਨਹੀਂ, ਪਰ ਹੁਣ ਮੈਨੂੰ ਲੱਗਿਆ ਵੀ ਨਹੀਂ ਵਾਕਈ ਬੁਖਾਰ ਹੈ, ਖਤਰਨਾਕ ਹੈ, ਵੱਧ ਸਕਦਾ, ਮੈਨੂੰ ਦਾਰੂ ਦਿਓ, ਮੈਂ ਆ ਗਿਆ ਤੁਹਾਡੇ ਕੋਲ, ਹੁਣ ਮੈਨੂੰ ਦਾਰੂ ਦਿਓ। ਹੁਣ ਜਿਹੜੇ ਬੰਦੇ ਨੇ ਮੰਨਣਾ ਹੀ ਨਹੀਂ ਮੈਨੂੰ ਰੋਗ ਹੈ, ਉਹਨੂੰ ਦਵਾ ਕਿੱਥੋਂ ਕੌਣ ਦੇਗਾ ਤੇ ਕਿਉਂ ਲਏਗਾ? ਉਹ ਮੰਨੇ ਨਹੀਂ ਤੇ ਮੈਨੂੰ ਰੋਗ ਹੈ। ਜਿਹਨੂੰ ਪਤਾ ਲੱਗਦਾ ਕਿ ਵੀ ਵਾਕਈ ਰੋਗ ਹੈ, ਦੂਰ ਕਰਨਾ ਚਾਹੀਦਾ ਹੈ, ਉਹਨੂੰ ਦਾਰੂ ਵੀ ਲੱਗਦੀ ਹੈ, ਦਵਾ ਦਾਰੂ ਮਿਲਦੀ ਵੀ ਉਹਨੂੰ ਲੱਗਦੀ ਵੀ, ਉਹਦਾ ਰੋਗ ਵੀ ਦੂਰ ਹੁੰਦਾ, ਉਹਦਾ ਰੋਗ ਮਿਟ ਜਾਂਦਾ ਹੈ। ਹੁਣ ਕਿਰਪਾ ਕਰੇ ਜੇ ਆਪਣੀ ਕਿਰਪਾ ਹੋ ਜਾਏ। ਹੁਣ ਆਪਣੀ ਦਾ ਅਰਥ ਵੀ ਥੋੜਾ ਜਿਹਾ ਸਮਝ ਲਿਓ।
ਇੱਕ ਤਾਂ ਆਪਣੇ ਹੁੰਦਾ ਵੀ ਜੇ ਪਰਮੇਸ਼ਰ ਆਪਣੀ ਕਿਰਪਾ ਕਰਦੇ ਵੀ ਤੂੰ ਆਪਣੀ ਕਿਰਪਾ ਕਰ, ਪਰ ਇੱਥੇ ਆਪਣੇ ਦਾ ਅਰਥ ਹੈ ਇਹ ਜੀਵ ਆਪਾਂ ਇਹ ਮਨ ਆਪਣੀ ਕਿਰਪਾ ਆਪਣੇ ਤੇ ਆਪ ਤੇ ਕਰ ਲਏ ਤਾਂ ਗੁਰੂ ਕਾ ਸ਼ਬਦ ਕਮਾਹੇ। ਹੁਣ ਇਹ ਵੀ ਥੋੜਾ ਜਿਹਾ 11 ਛੇਤੀ ਛੇਤੀ ਖੋਲੀ ਕਲਾਸ, ਪਹਿਲਾ ਸੈਸ਼ਨ ਆਪਣਾ ਰੁਕ ਜਾਣਾ। ਆਪਣੀ ਕਿਰਪਾ ਕੀ ਹੁੰਦੀ ਹੈ? ਹੁਣ ਤੇ ਮਤਲਬ ਜਿਵੇਂ ਇੱਕ ਬੱਚਾ ਸਕੂਲ 'ਚ ਪੜ੍ਹਦਾ ਹੈ, ਉਹ ਤੇ ਟੀਚਰ ਦੀ ਕਿਰਪਾ ਵੀ ਹੈ ਤੇ ਉਹਦੀ ਆਪਣੀ ਕਿਰਪਾ ਵੀ ਹੈ। ਟੀਚਰ ਨੇ ਕਿਰਪਾ ਇਹ ਕੀਤੀ ਵੀ ਉਹਨੇ ਸਹੀ ਤਰੀਕੇ ਨਾਲ ਇੱਕ ਇੱਕ ਸਵਾਲ ਦੇ ਆਨਸਰ ਸਮਝਾ ਦਿੱਤੇ, ਫਾਰਮੂਲਾ ਦੇ ਦਿੱਤਾ, ਸਾਰਾ ਫਾਰਮੈਟ ਸਮਝਾ ਦਿੱਤਾ, ਪੂਰੇ ਪਲਾਨ ਨਾਲ ਤਰੀਕਾ ਵਿਧੀ ਜੋ ਵੀ ਸੀ ਉਹਨੇ ਸਾਰਾ ਕੁਝ A to Z ਪੜ੍ਹਾ ਦਿੱਤਾ। ਇਹ ਤੇ ਹੋ ਗਈ ਟੀਚਰ ਦੀ ਕਿਰਪਾ। ਹੁਣ ਅੱਗੇ ਜਿਹੜਾ ਬੱਚਾ ਜਿਹੜਾ ਪੜ੍ਹਦਾ ਹੈ ਜੋ ਆਪਣੀ ਕਿਰਪਾ ਨਹੀਂ ਕਰਦਾ, ਭਾਵ ਜੇ ਬੱਚੇ ਦਾ ਮਨ ਹੀ ਨਹੀਂ ਮੰਨ ਰਿਹਾ ਵੀ ਹਾਂ ਮੈਂ ਪੜ੍ਹਾਈ ਪੜ੍ਹਨੀ ਹੈ, ਇਹਨੂੰ ਮੈਂ ਸਿੱਖਣਾ, ਇਹਨੂੰ ਮੈਂ ਅੰਦਰ ਵਸਾਉਣਾ ਹੈ, ਸਕੂਲ ਨੇ ਵੀ ਕਿਰਪਾ ਕਰ ਦਿੱਤੀ, ਅਰੇਂਜਮੈਂਟ ਵਧੀਆ ਕਰ ਦਿੱਤਾ, ਵਧੀਆ ਤੁਹਾਨੂੰ ਕਮਰਾ ਦਿੱਤਾ, ਵਧੀਆ ਉੱਥੇ ਸਾਰਾ ਫਰਨੀਚਰ ਹੈ, ਤੁਹਾਡੇ ਅਸੈਸਮੈਂਟ ਦਾ ਸਾਰਾ ਸਮਾਨ ਪਿਆ ਹੈ ਹਨਾ, ਟੀਚਰ ਵਧੀਆ ਨੇ, ਸਾਰਾ A to Z ਤੁਹਾਡਾ ਪ੍ਰਬੰਧ ਤਾਂ ਕਿ ਬੱਚਾ ਪੜ੍ਹ ਸਕੇ। ਸਕੂਲ ਦੀ ਕਿਰਪਾ ਹੋ ਗਈ, ਟੀਚਰ ਦੀ ਕਿਰਪਾ ਵੀ ਹੋਈ, ਪਰ ਜੀ ਆਪਣੀ ਕਿਰਪਾ ਨਹੀਂ ਹੋਈ। ਬੱਚੇ ਨੇ ਧਿਆਨ ਨਹੀਂ ਦਿੱਤਾ, ਉਹਨੇ ਇਗਨੋਰ ਕਰਤਾ। ਬਟ ਜੇ ਇਗਨੋਰ ਦੀ ਬਜਾਏ ਫੋਕਸ ਕਰ ਦੇ, ਧਿਆਨ ਦੇ ਆਪਣਾ ਪੂਰਾ ਤਰ੍ਹਾਂ ਨਾਲ ਆਪਣੇ ਮਨ ਨੂੰ ਕੇਂਦਰਿਤ ਕਰਕੇ ਉਸ ਪੜ੍ਹਾਈ ਨੂੰ ਪੜ੍ਹ ਲੈ, ਉਹਦੀ ਆਪਣੀ ਕਿਰਪਾ, ਉਹ ਤੋਂ ਬਾਅਦ ਕੋਈ ਵੀ ਉਸ ਬੱਚੇ ਨੂੰ ਪਾਸ ਹੋਣ ਤੋਂ ਨਹੀਂ ਰੋਕ ਸਕਦਾ, ਉਹਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦਾ। ਉਹ ਕਿਹਾ ਕਿਰਪਾ ਕਰੇ ਜੇ ਆਪਣੀ, ਜੇ ਜੀਵ ਆਪਣੀ ਕਿਰਪਾ ਕਰੇ, ਇਹ ਗੁਰੂ ਕਾ ਸ਼ਬਦ ਕਮਾਹੇ, ਫਿਰ ਇਹ ਗੁਰੂ ਕੇ ਸ਼ਬਦ ਨੂੰ ਕਮਾ ਲੈਂਦਾ। ਭਾਵੇਂ ਮੰਨ ਜਾਏ ਵੀ ਹਾਂ ਮੈਨੂੰ ਰੋਗ ਹੈ ਤੇ ਮੈਂ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਹੈ, ਇਹ ਆਪਣੀ ਕਿਰਪਾ ਅਸੀਂ ਕਰਨੀ ਹੈ। ਜਿਹੜੀ ਗੁਰੂ ਤੇ ਕਿਰਪਾ ਹਮੇਸ਼ਾ ਹੀ ਕਰਦਾ ਹੈ, ਅਸੀਂ ਕਿਰਪਾ ਨਹੀਂ ਕਰ ਰਹੇ ਆਪਣੀ, ਅਸੀਂ ਰੋਕੀ ਬੈਠੇ। ਜਿਵੇਂ ਕਹਿੰਦੇ ਨਾ ਮੀਂਹ ਤੇ ਪੈ ਰਿਹਾ, ਉੱਪਰੋਂ ਤਾਂ ਅਸਮਾਨ 'ਚ ਤਾਂ ਮੀਂਹ ਪੈ ਗਿਆ, ਪਰ ਅਸੀਂ ਛਤਰੀ ਤਾਣੀ ਹੋਈ ਇਸ ਤਰ੍ਹਾਂ ਵੀ ਮੈਂ ਨਹੀਂ ਪੈਣ ਦੇਣਾ ਉੱਪਰ ਮੀਂਹ। ਆਹ ਛਤਰੀ ਕਰੀ ਹੋਈ ਆਪਣੇ, ਮੀਂਹ ਆਲੇ ਦੁਆਲੇ ਗਿਰਦਾ, ਅਸੀਂ ਭੇਜ ਨਹੀਂ ਰਹੇ। ਹੁਣ ਛਤਰੀ ਫੜੀ ਹੋਈ ਆ, ਮੀਂਹ ਪੈ ਰਿਹਾ ਤੇ ਅਸੀਂ ਰੌਲਾ ਪਾਈ ਜਾਂਦੇ ਸਾਡੇ ਤੇ ਤਾਂ ਆਇਆ ਨਹੀਂ ਜੀ, ਸਾਡੇ ਤੇ ਅਸੀਂ ਤੇ ਭੇਜੇ ਨਹੀਂ ਜੀ, ਸਾਨੂੰ ਤੇ ਮੀਂਹ ਦਾ ਆਨੰਦ ਹੀ ਨਹੀਂ ਆਇਆ। ਜਿਹੜੀ ਹੰਕਾਰ ਦੀ ਛਤਰੀ ਤਾਣੀ ਹੈ ਉਹਦਾ ਕੀ ਕਰਨਾ? ਉਹ ਹੰਕਾਰ ਦੀ ਛਤਰੀ ਹੈ ਅਸਲ 'ਚ ਸਾਡੇ ਤੇ, ਜਦੋਂ ਉਹ ਤਾਰਾਂਗੇ ਉਹਨੂੰ ਕਹਿੰਦੇ ਆਪਣੀ ਕਿਰਪਾ ਕਰ, ਹੰਕਾਰ ਦੀ ਛਤਰੀ ਪਾਸੇ ਕਰ, ਤੂੰ ਵੀ ਕੁਛ ਕਰ ਲੈ। ਬਸ ਇੰਨੇ ਹੀ ਕਰਮ ਕਰਨੇ ਨੇ, ਹੋਰ ਕੁਛ ਨਹੀਂ ਕਰਨਾ। ਬਾਕੀ ਸਾਰੀ ਖੇਡ ਉਹਦੀ ਆ, ਉਹ ਚੱਲ ਰਿਹਾ ਸੰਸਾਰ ਬਣਾਇਆ, ਸੰਸਾਰ ਜਨਮ ਮਰਨ ਉਹਦੇ ਹੱਥ ਵੱਸ ਵਿੱਚ ਹੈ, ਕੰਮ ਧੰਦੇ ਉਹਦੇ ਹੱਥ ਵਿੱਚ ਨੇ, ਪਾਲਣਾ ਪੋਸ਼ਣਾ ਉਹਦੇ ਹੱਥ ਵਿੱਚ ਹੈ। ਉਹਨੇ ਹਰੇਕ ਦੇ ਢਿੱਡ ਭਰਨ ਦੇ ਰੁਜ਼ਗਾਰ ਬਣਾਏ ਹੋਏ ਨੇ, ਜੀਵ ਜੰਤੂਆਂ ਦੀ ਖੁਰਾਕ ਉਹਨੇ ਬਣਾਈ ਹੋਈ ਹੈ, ਮਨੁੱਖਾਂ ਦੀ ਉਹਨੇ ਬਣਾਈ ਹੋਈ ਹੈ। ਹਵਾ ਉਹ ਆਪਣੇ ਭਾਣੇ 'ਚ ਚਲਾ ਰਿਹਾ, ਅੱਗ ਉਹ ਚਲਾ ਰਿਹਾ, ਪਾਣੀ ਉਹ ਚਲਾ ਰਿਹਾ, ਮਿੱਟੀ ਉਹ ਚਲਾ ਰਿਹਾ। ਇਹ ਬਸ ਇਹਨੇ ਹੰਕਾਰ ਪਾਸੇ ਕਰਨਾ, ਹੋਰ ਕੁਛ ਨਹੀਂ ਕਰਨਾ, ਬਸ ਇੰਨਾ ਹੀ ਕੰਮ ਕਰਨਾ। ਇਹਨੂੰ ਜਦੋਂ ਹੰਕਾਰ ਪਾਸੇ ਹੋ ਗਿਆ ਉਹਨੂੰ ਪਤਾ ਲੱਗੇ ਮੈਂ ਕੁਛ ਨਹੀਂ ਕਰਦਾ, ਕਰਨ ਵਾਲਾ ਹੋਈ ਸੀ, ਬਸ ਇੰਨੀ ਗੱਲ ਸਮਝ ਆ ਜਾਂਦੀ ਹੈ। ਬਸ ਆਹੀ ਸਮਝ ਲਓ ਵੀ ਕਰਦਾ ਉਹੀ ਹੈ, ਕਰਾਉਂਦਾ ਉਹੀ ਹੈ, ਸਾਨੂੰ ਵਿੱਚ ਇੰਸਟਰੂਮੈਂਟ ਬਣਾਇਆ ਬਸ, ਹੋਰ ਕੁਛ ਨਹੀਂ, ਸਾਡੇ ਰਾਹੀਂ ਕਰਾ ਰਿਹਾ ਬਸ, ਹਰੇਕ ਦੀਆਂ ਸਾਡੀਆਂ ਡਿਊਟੀਆਂ ਲੱਗੀਆਂ। ਇੰਨੀ ਗੱਲ ਵੀ ਸਮਝ ਆ ਗਈ। ਮਹਾਰਾਜ ਕਹਿੰਦੇ ਗੁਰੂ ਕਾ ਸ਼ਬਦ ਕਮਾਏ ਤੇ ਕਿਰਪਾ ਕਰ ਗਿਆ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਹੁਣ ਨਾਨਕ ਕਹਿ ਰਹੇ ਨੇ ਆਹ ਸੰਜਮ ਹੈ, ਆਹ ਤਰੀਕਾ ਹੈ ਜਿਸ ਨਾਲ ਸਾਡਾ ਇਹ ਹਉਮੈ ਦਾ ਦੁੱਖ ਮਿਟ ਜਾਏਗਾ, ਹਉਮੈ ਖਤਮ ਹੋ ਜਾਏਗੀ। ਹਉਮੈ ਖਤਮ ਹੋ ਗਈ ਤੇ ਜੀਵ ਦਾ ਜਨਮ ਮਰਨ ਵੀ ਮਿਟ ਜਾਏਗਾ। ਇਹ ਮੈਥਡ, ਇਹ ਤਰੀਕਾ, ਇਹ ਗੁਰਮਤਿ ਦੀ ਵਿਧੀ ਹੈ। ਮੈਂ ਵੀ ਕਹਿ ਦਿਆਂ ਕਈ ਧਰਮਾਂ ਦੇ ਵਿੱਚ ਇਹ ਮੰਨਿਆ, ਬਹੁਤੇ ਧਰਮ ਹੈ, ਤੁਸੀਂ ਪੜ੍ਹ ਕੇ ਵੇਖਿਆ ਕਰੋ ਨਾਲ ਦੂਜਿਆਂ ਨੂੰ, ਉਹ ਕਹਿੰਦੇ ਕੀ ਨੇ, ਉਹ ਕੀ ਮੰਨਦੇ ਨੇ। ਉਹ ਤਾਂ ਇਹ ਮੰਨਦੇ ਨੇ ਜੀ ਹਉਮੈ ਦਾ ਇਲਾਜ ਹੁੰਦਾ ਹੀ ਨਹੀਂ, ਉਹ ਜਵਾਬ ਹੀ ਦੇ ਗਏ ਕਿ ਹਉਮੈ ਦਾ ਇਲਾਜ ਨਹੀਂ ਹੋ ਸਕਦਾ, ਇਲਾਜ ਬਿਮਾਰੀ ਹੈ ਜੀ। ਤੇ ਕਈਆਂ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ, ਉਹ ਕਹਿੰਦੇ ਵੀ ਇਹ ਤਾਂ ਕੋਈ ਵੱਡੀ ਗੱਲ ਨਹੀਂ। ਕਈਆਂ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਪਰ ਆਸਾ ਦੀ ਵਾਰ ਬਾਣੀ ਦੇ ਵਿੱਚ ਇਸ ਇੱਕੋ ਸ਼ਲੋਕ ਦੇ ਵਿੱਚ ਸਭ ਤੋਂ ਲੰਮਾ ਚੈਪਟਰ ਮਹਾਰਾਜ ਨੇ ਹਉਮੈ ਦਾ ਛੇੜ ਦਿਆ। ਜਿਹੜਾ ਰੋਗ ਇਹਨੂੰ ਲੱਗਿਆ ਹੋਇਆ, ਅੰਦਰਲੇ ਨੂੰ ਵੀ ਲੱਗਿਆ ਹੋਇਆ, ਇਹਨੂੰ ਵੀ ਲੱਗਿਆ ਹੋਇਆ, ਦੋਨਾਂ ਨੂੰ ਲੱਗਿਆ। ਇਹਦੇ ਕਾਰਨ ਹੀ ਸਾਰਾ ਭ੍ਰਮਣ ਹੈ, ਸਾਰਾ ਗੇੜ ਹੈ, ਸਾਰੀ ਕਹਾਣੀ ਵਿਗੜੀ ਹੈ। ਸੰਸਾਰ ਦੇ ਵਿੱਚ ਵੀ ਇਸੇ ਚੱਕਰ ਜਾ ਕੇ ਬਹੁਤੇ ਝਗੜੇ ਨੇ। ਸੰਸਾਰ ਦੇ ਵਿੱਚ ਜਿੰਨੇ ਲੜਾਈਆਂ ਨੇ, ਝਗੜੇ ਨੇ, ਕਾਰਨ ਹਉਮੈ ਹੈ ਪਿੱਛੇ। ਜੇ ਅਸੀਂ ਕਹਿੰਦੇ ਵੀ ਕਿਸਾਨ ਕਹਿੰਦਾ ਵੀ ਅਸੀਂ ਦੇ ਖੇਤ ਦੀ ਵੱਟ ਪਿੱਛੇ ਬੰਦਾ ਮਾਰ ਦਿੰਦੇ ਆ, ਪਿੱਛੇ ਕੀ ਖੜੀ ਹੈ? ਹਉਮੈ। ਮੈਂ ਤੇ ਹੋਰ ਪੜ੍ਹਿਆ, ਕੱਲ ਪਰਸੋਂ ਦੀ ਖਬਰ ਹੈ, ਤੁਸੀਂ ਸ਼ਾਇਦ ਦੇਖੀ ਹੋਣੀ ਹੈ ਮੀਡੀਆ ਦੇ ਵਿੱਚ। ਇੱਕ ਮੁੰਡੇ ਨੇ ਆਪਣੀ ਮਾਂ ਮਾਰਤੀ ਜ਼ਮੀਨ ਪਿੱਛੇ, ਜ਼ਮੀਨ ਪਿੱਛੇ ਮਾਂ ਮਾਰਤੀ, ਹੱਦ ਹੋ ਗਈ। ਹੁਣ ਮਿੱਟੀ ਵੱਡੀ ਹੋ ਗਈ,
ਜਿਹਨੇ ਜਨਮ ਦਿੱਤਾ ਉਹ ਛੋਟੀ ਕਰਤੀ। ਹੰਕਾਰ ਹੀ ਉੱਥੇ ਵੀ ਕਿ ਹਾਂ ਉਹ ਤਾਂ ਹੁਣ ਝਗੜਾ ਘਰੇਲੂ ਹੋਏਗਾ ਕੋਈ ਨਾ ਕੋਈ। ਭਾਵ ਦੇਖੋ ਬੰਦੇ ਦੀ ਸੋਚ ਕਿੱਥੇ ਚਲੀ ਗਈ, ਕਿੰਨੇ ਨਿੱਘਰ ਗਈ ਕਿ ਅਸੀਂ ਮਿੱਟੀ ਨੂੰ ਮਾਇਆ ਪਿੱਛੇ, ਪਦਾਰਥਵਾਦੀ ਪਿੱਛੇ ਰਿਸ਼ਤੇ ਵੀ ਖਤਮ ਕਰਨ ਲੱਗ ਪਏ। ਰਿਸ਼ਤਿਆਂ ਦੀ ਵੀ ਵੈਲਿਊ ਜ਼ੀਰੋ ਕਰ ਦਿੱਤੀ। ਰੱਬ ਦੀ ਵੈਲਿਊ ਤਾਂ ਮੰਨਣੀ ਕਿਹਨੇ ਆ? ਰੱਬ ਦੀ ਵੈਲਿਊ ਕਿਹਨੇ ਮੰਨਣੀ ਆ? ਹੰਕਾਰ ਇੱਥੇ ਤੱਕ ਬੰਦੇ ਨੂੰ ਲੈ ਜਾਂਦਾ ਹੈ। ਅੱਜ ਲੜਾਈਆਂ ਝਗੜੇ ਆਮ ਹੀ ਨੇ ਹਰ ਘਰਾਂ। ਬਹੁਤੇ ਝਗੜੇ ਜਾਇਦਾਦਾਂ ਦੇ ਨੇ ਜਾਂ ਘਰੇਲੂ ਮਸਲੇ ਨੇ ਨਿੱਕੇ ਨਿੱਕੇ ਸਾਡੇ। ਜੇ ਬੰਦਾ ਇੰਨੀ ਗੱਲ ਨੂੰ ਸਮਝ ਲਏ, ਹਮਲੇ ਨੂੰ ਘਟਾਉਣ ਲੱਗਦੀ ਹੈ, ਸਮਝਣ ਲੱਗ ਨਾ ਥੋੜਾ ਜਿਹਾ, ਇਹ ਅਸਲ ਚ ਆਪਾਂ ਜਿਹੜੇ ਪਿੱਛੇ ਪੜ੍ਹੇ ਸੀ ਨਾ, ਹਉਮੈ ਬੁੱਝੈ ਤਾਂ ਦਰ ਸੁਝੈ। ਕਹਿੰਦੇ ਜੇ ਬੁੱਝ ਲਈ ਨਾ, ਹਉਮੈ ਬੁੱਝ ਲੈ, ਪਕੜੋ ਇਹਨੂੰ, ਪਕੜੋ ਇਹਨੂੰ, ਪਕੜੋ, ਕੇਂਦਰਿਤ ਹੋਵੋ ਇਹਦੇ ਤੇ। ਹਮੇਸ਼ਾ ਹਉਮੈ ਦੇ ਪਿੱਛਾ ਕਰਨਾ ਪੈਣਾ ਤੁਹਾਨੂੰ, ਵਿਵੇਕ ਬੁੱਧੀ ਨਾਲ ਪਰਖਣਾ ਪੈਣਾ ਇਹਨੂੰ, ਹਮੇਸ਼ਾ ਧਿਆਨ ਰੱਖਣਾ ਪੈਣਾ ਟਕਾ ਕੇ ਵੀ ਕਦੋਂ ਆਉਂਦੀ ਹੈ, ਕਿਵੇਂ ਆਉਂਦੀ ਹੈ, ਕਿਹੜੇ ਕੰਮ ਨਾਲ ਆਉਂਦੀ ਹੈ, ਕਿੰਨੀ ਕੁ ਆਉਂਦੀ ਹੈ, ਕਿਉਂ ਆਉਂਦੀ ਹੈ। ਇੰਨਾ ਵੀ ਅਸੀਂ ਕੰਮ ਕਰ ਗਏ, ਸਮਝ ਲਓ ਅਸੀਂ ਅੱਧਾ ਹਉਮੈ ਨੂੰ ਜਿੱਤ ਲਿਆ, ਅੱਧੀ ਹਉਮੈ ਤੁਸੀਂ ਮਾਰੇ ਵੀ, ਅੱਧੀ ਹਉਮੈ ਖਤਮ ਹੋ ਜਾਊ। ਇਹ ਕਿਹਾ ਨਾਨਕ ਕਹੈ ਸੁਣੋ ਜਨੋ ਇਤ ਸੰਜਮ। ਕਹਿੰਦੇ ਆਹ ਸੰਜਮ ਹੈ। ਸੰਜਮ ਦਾ ਅਰਥ ਦੱਸਿਆ, ਹੁਣ ਜਿਹੜਾ ਤਰੀਕਾ ਦੱਸਿਆ ਕੀ ਹੈ, ਇੱਕੋ ਹੀ ਹੈ, ਗੁਰ ਕਾ ਸ਼ਬਦ ਕਮਾਹੇ। ਹੁਣ ਗੁਰ ਕਾ ਸ਼ਬਦ ਕੀ ਹੈ? ਦੇਖੋ ਇੱਕ ਤੇ ਗੁਰ ਕਾ ਸ਼ਬਦ ਚੱਲਣਾ ਸਾਡੇ ਅੰਦਰ, ਜਿਹੜੀ ਸਾਡੇ ਮੂਲ ਆ, ਸਾਡਾ ਮੂਲ, ਸਾਡਾ ਜਿਹੜਾ ਗੁਰ ਅੰਦਰ ਬੋਲਦਾ, ਜਿਹੜਾ ਗੁਰ ਮੇਰਾ ਸੰਗ ਸਦਾ ਹੈ ਨਾਲੇ, ਇੱਕ ਤੇ ਉਹ ਹੋ ਗਿਆ ਨਾ। ਉਹ ਹਾਲੇ ਮੈਨੂੰ ਲੱਗਦਾ ਵੀ ਆਪਾਂ ਸਾਰਿਆਂ ਵਾਸਤੇ ਮੁਸ਼ਕਲ ਹੈ। ਠੀਕ ਹੈ, ਚਲੋ ਅਸੀਂ ਪਹੁੰਚਣਾ, ਉੱਥੇ ਤੱਕ ਪਹੁੰਚਾਂਗੇ ਹੌਲੀ ਹੌਲੀ, ਚੱਲਦੇ ਚੱਲਦੇ ਥੋੜਾ ਥੋੜਾ ਕਦੇ ਕਦੇ ਅਸੀਂ ਜੁੜ ਵੀ ਜਾਂਦੇ ਹਾਂ। ਫਿਰ ਆਪਾਂ ਕਹਿੰਦੇ ਹੁਣ ਫਿਰ ਬਾਕੀ ਕੀ ਕਰੀਏ? ਜਿਹੜੀ ਗੁਰਬਾਣੀ ਹੈ ਸਾਡੇ ਕੋਲ, ਆਦਿ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ 1430 ਅੰਗ ਨੇ, 5872 5872 ਦੇ ਕਰੀਬ ਸ਼ਬਦ ਨੇ, ਇਹ ਸਾਡੇ ਵਾਸਤੇ ਸਾਰੇ ਗੁਰੂ ਕਾ ਸ਼ਬਦ ਹੈ। ਤੁਸੀਂ ਇਹਦੀ ਕਮਾਈ ਕਰਦੇ, ਸਾਡੇ ਵਾਸਤੇ ਇਹ ਵੀ ਬੜੀ ਵੱਡੀ ਪ੍ਰਾਪਤੀ ਹੈ। ਆਪਾਂ ਇਹਦੀ ਕਰ ਲਈਏ। ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਨੂੰ ਸਮਝੋ, ਗੁਰਬਾਣੀ ਨੂੰ ਵਿਚਾਰਨਾ, ਮੰਥਨ ਕਰਨਾ, ਐਨਾਲਿਸਿਸ ਕਰਨਾ, ਡੀਪ ਜਾਣਾ, ਫਿਰ ਉਹਨੂੰ ਆਪਣੇ ਅੰਦਰ ਦੇਖਣਾ, ਮੈਂ ਕਿੱਥੇ ਆ, ਮੇਰੇ ਚ ਕੀ ਚੇਂਜਸ ਨੇ, ਕੀ ਫਰਕ ਹੈ, ਮੈਂ ਕਿੱਥੇ ਰੋਗੀ ਹਾਂ, ਕਿੰਨਾ ਕੁ ਮੈਂ ਠੀਕ, ਉਹ ਸਾਰਾ ਕੁਛ ਸਾਨੂੰ ਉੱਥੋਂ ਪਤਾ ਲੱਗ ਜਾਂਦਾ। ਉਸ ਪੈਰਾਮੀਟਰ ਲਾ ਕੇ ਅਸੀਂ ਜਿਉਂ ਅਸੀਂ ਫਿਰ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਅਸੀਂ ਉਹਦੇ ਸਾਡੀ ਗਤੀ ਹੋਣੀ ਸ਼ੁਰੂ ਹੋ ਜਾਏਗੀ, ਗਤੀ, ਪ੍ਰੋਗਰੈਸ, ਇੰਪਰੂਵਮੈਂਟ ਆਉਣੀ ਸ਼ੁਰੂ ਹੋ ਜਾਏਗੀ ਸਾਡੇ ਵਿੱਚ, ਅੰਤਰਾਤਮਾ ਤੋਂ, ਜੋਤ ਰੂਪ ਚ, ਗਿਆਨ ਰੂਪ ਚ, ਪ੍ਰਕਾਸ਼ ਰੂਪ ਚ, ਚਾਨਣ ਰੂਪ ਦੇ ਵਿੱਚ। ਉਹ ਗਤੀ, ਉਹ ਅਵਸਥਾ ਜਿਹੜੀ ਸਾਰੀ ਬਦਲਦੀ ਹੈ, ਚੇਂਜ ਹੁੰਦੀ ਹੈ, ਉਹ ਹੁੰਦੀ ਹੈ ਗੁਰ ਕਾ ਸ਼ਬਦ ਕਮਾਹੇ। ਇਹ ਯਤਨ ਹੈ, ਇਹ ਸੰਜਮ ਹੈ, ਇਹ ਜਿਹੜਾ ਕਰ ਲੈਂਦਾ ਮਹਾਰਾਜ ਕਹਿੰਦੇ ਉਹ ਬੇੜਾ ਪਾਰ ਹੋ ਜਾਂਦਾ। ਠੀਕ ਹੈ ਜੀ, ਇੱਥੇ ਸਮਾਪਤੀ ਕਰਦੇ ਹਾਂ। ਧੰਨਵਾਦ ਸਾਰਿਆਂ ਦਾ, ਜੁੜਿਓ, ਤੇ ਕਿਸੇ ਦਾ ਕੋਈ ਸਵਾਲ ਸੁਝਾਅ ਹੋਵੇ ਤੇ ਜੀ ਆਇਆਂ ਨੂੰ ਆਓ ਸਾਂਝਾ ਕਰ ਦਿਓ। ਧੰਨਵਾਦ ਜੀ। शुद्ध हौमे और सूक्ष्म हौमे दो तरह के हौमे ਸੀ। ਹਾਂਜੀ ਹਾਂਜੀ। ਜਦੋਂ ਪਹਿਲਾਂ ਅਸੀਂ शुद्ध हौमे ਨੂੰ ਮਾਰੇ ਜਾਵਾਂਗੇ ਜੀ, ਉਸ ਤੋਂ ਬਾਅਦ सूक्ष्म हौमे ਦੀ ਵਾਰੀ ਆਏਗੀ। ਚਲੋ ਜਿਹੜੀ हम अच्छे थे, ਉਹ ਕਹਿੰਦੇ ਨੇ ਇੱਕ ਵਾਰੀ ਇੱਕ ਸ਼ਬਦ ਆ ਰਿਹਾ ਸੀ ਸਾਹਮਣੇ, ਉਹਨਾਂ ਨੇ ਕਿਹਾ ਜੀ हम अच्छे थे, हम अच्छे हैं, हम अच्छे रहेंगे। ਉਹ ਕਹਿੰਦੇ ਜੀ ਬਿਲਕੁਲ शुद्ध हौमे करी बैठे था। ਅੱਛਾ ਹੈ ਜਿਹੜੇ ਉਸ ਜਿੰਨਾ ਕੰਮਾਂ ਕਰਕੇ ਸਾਨੂੰ ਸ਼ੁੱਧ ਹੌਮੈ ਆਉਂਦੀ, ਅਸੀਂ ਉਹਨਾਂ ਕੰਮਾਂ ਤੋਂ ਪਹਿਲੇ ਪਿੱਛੇ ਹੋਣਾ। ਨਹੀਂ, ਅਸਲ ਚ ਮੈਂ ਮੇਰੀ ਸੀਗੀ ਇੱਕ ਆਪਾਂ ਬੇਨਤੀ ਸਾਂਝੀ ਇਹ ਕੀਤੀ ਸੀਗੀ ਕਿ ਇਸ ਸੰਸਾਰ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ, ਹਉਮੈ ਜਾਂ ਜਿਹੜੀ ਤੁਸੀਂ ਗੱਲ ਕਰਦੇ ਹੋ, ਅਸਲ ਚ ਗੁਰਮਤਿ ਵਿੱਚ ਇਹ ਸ਼ਬਦ ਨਹੀਂ ਆਇਆ ਗੁਰਬਾਣੀ ਚ। ਅੱਛਾ, ਉਹਨਾਂ ਨੇ ਇਹ ਜਿਹੜਾ ਗੁਰਬਾਣੀ ਚ ਸ਼ਬਦ ਨਹੀਂ ਆਉਂਦਾ। ਅੱਛਾ ਜੀ, ਹੈ ਨਾ, ਠੀਕ ਹੈ। ਦੇਖੋ ਹਉਮੈ ਤਾਂ ਹਉਮੈ ਹੈ, ਸ਼ੁੱਧ ਦਾ ਮਤਲਬ ਇਹ ਨਹੀਂ। ਚੋਰੀ ਤਾਂ ਕਹਿੰਦੇ ਚੋਰੀ ਹੈ, ਭਾਵੇਂ ਲੱਖ ਦੀ ਹੈ ਭਾਵੇਂ ਕੱਖ ਦੀ ਹੈ। ਉਹਨਾਂ ਨੇ ਬੜੀ ਔਰ ਛੋਟੀ ਕਹੀ ਹੈ, ਬੜੀ शुद्ध हौमे वाली बड़ी गल हो, सूक्ष्म हौमे छोटी गल हो। ਹਉਮੈ ਦਾ ਰੂਪ ਹੁੰਦਾ, ਆਪਾਂ ਕਹਿੰਦੇ ਘੱਟ ਹੈ ਤੇ ਵੱਧ, ਆਪਾਂ ਇਹ ਕਹਿ ਸਕਦੇ। ਹਾਂ ਜੀ, ਹਾਂਜੀ ਹਾਂਜੀ ਹਾਂਜੀ, ਸਾਰਿਆਂ ਚ ਹੁੰਦੀ ਹੈ। ਦੇਖੋ ਜਿਵੇਂ ਕਹਿੰਦੇ ਵੀ ਕਿਸੇ ਨੂੰ ਸੁੱਖ ਵੱਧ ਨੇ, ਕਿਸੇ ਕੋਲ ਘੱਟ, ਕਿਸੇ ਕੋਲ ਖੁਸ਼ੀਆਂ ਵੱਧ ਨੇ, ਹਨਾ, ਕਿਸੇ ਕੋਲ ਗਮੀਆਂ ਵੱਧ, ਕੋਈ ਦੁੱਖਾਂ ਦੇ। ਇਸੇ ਤਰ੍ਹਾਂ ਕਿਸੇ ਚ ਹਉਮੈ ਵੱਧ ਹੈ, ਕਿਸੇ ਚ ਹਉਮੈ ਘੱਟ ਹੈਗੀ, ਸਾਰਿਆਂ ਚ। ਬਿਲਕੁਲ ਘੱਟ ਅਸੀਂ ਬਸ ਇਹਨੂੰ ਘਟਾਉਂਦੇ ਚਲੇ ਜਾਣਾ, ਸ਼ੁੱਧ ਨੂੰ ਛੱਡ ਦੋ, ਅਸੀਂ ਘਟਾਉਂਦੇ ਚਲੇ ਜਾਣਾ, ਕੰਮ ਇਹਨੇ ਬਰਾਬਰ ਕਰਨਾ।
ਅਸੀਂ ਤਾਂ ਲੈਵਲ ਠੀਕ ਹੈ ਜਿਹੜੀ ਵਧੀ ਹੋਈ ਹੈ ਬਹੁਤ ਜ਼ਿਆਦਾ, ਜਿੰਨੀ ਵੀ ਹੈਗੀ ਆ, ਜਿਹਦੇ ਚ ਮਤਲਬ 100 ਸੀਗੀ, ਚਲੋ ਇਸ ਚ ਸਾਡੇ ਕੋਲੋਂ 50, ਅਸੀਂ 40, 30, 20, 10, ਫਿਰ 8 ਪਿੱਛੇ ਨੂੰ ਗਿਣਤੀ 4 ਤੇ ਕਰਦੇ 0 ਤੇ ਪਹੁੰਚਣਾ। ਉਹਨੂੰ ਕਹਿੰਦੇ ਆਪਣਾ ਆਪ ਮਿਟਾ ਦੇਣਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਪੂਰੀ ਤਰ੍ਹਾਂ ਮੰਨਫੀ ਕਰ ਦੇਣਾ, ਆਪਣੇ ਆਪ ਨੂੰ 0 ਕਰ ਲੈਣਾ। ਬਿਲਕੁਲ ਜੀ। ਜਿਹੜੀ ਸ਼ੁੱਧ ਹਉਮੈ ਦੀ ਤੁਸੀਂ ਗੱਲ ਕਰਦੇ ਨਾ, ਉਹਨੂੰ ਏਦਾਂ ਕਹਿ ਸਕਦੇ ਹਾਂ, ਇੱਕ ਤਾਂ ਹੁੰਦਾ ਵੀ ਮੈਂ ਇਹ ਕੰਮ ਕਰ ਸਕਦਾ, ਇੱਕ ਹੁੰਦਾ ਇਹ ਕੰਮ ਮੈਂ ਹੀ ਕਰ ਸਕਦਾ, ਮੈਂ ਹੀ ਕਰ ਸਕਦਾ, ਇਹ ਹਉਮੈ ਦਾ ਵਿਰਾਟ ਰੂਪ। ਬਿਲਕੁਲ ਠੀਕ ਹੈ। ਇੱਕੋ ਗੱਲ ਵੀ ਮੈਂ ਕਰ ਸਕਦਾ, ਮੈਂ ਵੀ ਕਰ ਸਕਦਾ, ਜਾਂ ਕਹੋ ਹਾਂ ਤੁਸੀਂ ਤਾਂ ਕਰ ਹੋ ਸਕਦਾ, ਮੈਂ ਵੀ ਕਰ ਲੂੰਗਾ ਜੀ, ਮੈਂ ਹੀ ਕਰੂੰਗਾ ਜੀ, ਇਹ ਤਾਂ ਬੜੀ ਵਿਰਾਟ ਰੂਪ ਹੋ ਗਿਆ। ਇਹ ਵਿਰਾਟ ਸਹੀ ਬਾਤ ਹੈ। ਹਉਮੈ ਦੋਨੇ ਪਾਸੇ ਖੜੀ ਹੈ। ਬੀਜ ਮਤਲਬ ਹੈ ਤਾਂ ਅੰਦਰ, ਉਹਦੇ ਚ ਵੀ ਹਉਮੈ, ਉਹਦੇ ਚ ਵੀ ਹਉਮੈ, ਇੱਕ ਦਾ ਰੂਪ ਕੋਈ ਹੈ, ਇੱਕ ਦਾ ਕੋਈ ਹੈ। ਬੁਖਾਰ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਬੁਖਾਰ ਤਾਂ ਬੁਖਾਰ ਹੀ ਮੰਨਿਆ ਜਾਊਗਾ ਨਾ, ਠੀਕ ਤਾਂ ਨਹੀਂ ਮੰਨਦੇ ਆਪਾਂ, ਕਹਿੰਦਾ ਵੀ 100% ਨਹੀਂ ਹੈ, ਇਹਦੇ ਚ ਪ੍ਰੋਬਲਮ ਹੈਗੀ ਹੈ। ਉਹ ਗੁਰਬਾਣੀ ਕਹਿੰਦੀ, ਗੁਰੂ ਸਾਹਿਬ ਕਹਿੰਦੇ ਹਉਮੈ ਨੂੰ 0 ਤੇ ਲੈ, ਹੌਲੀ ਹੌਲੀ ਘਟਾਉਂਦੇ ਸੂਝੀ ਮਿਲਣੀ ਹੈ ਸਾਡੇ ਚ, ਜੋ ਸਮਝ ਆਈ ਜਾਣੀ ਹੈ, ਮਨ ਤੇ ਚੋਟ ਪੈਂਦੀ ਹੈ। ਜਿਸ ਤਰ੍ਹਾਂ ਗੁਰਬਾਣੀ ਸਮਝ ਆਈ ਜਾਏਗੀ ਨਾ ਜੀ, ਜਿਸ ਤਰ੍ਹਾਂ ਗੁਰਬਾਣੀ ਸਮਝ ਆਈ, ਅਸੀਂ ਪੜ੍ਹੀ ਜਾਵਾਂਗੇ, ਗੁਰਬਾਣੀ ਸਮਝ ਆਈ ਜਾਏਗੀ ਜੀ, ਇਹ ਚੀਜ਼ਾਂ ਤੋਂ ਆਪਣੇ ਆਪ ਨਿਜਾਤ ਮਿਲਣੀ ਸ਼ੁਰੂ ਹੋ ਜਾਏ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਬਸ ਮਾਲਕ ਕਰੇ ਕਿ ਹਾਂ ਵੀ ਗੁਰਬਾਣੀ, ਮਾਲਕ ਆਪਣੇ ਉਸ ਬਾਣੀ ਨਾਲ ਪਿਆਰ ਹੋ ਜਾਏ। ਬਸ ਬੇਨਤੀ ਉਹਦੇ ਅੱਗੇ ਕਰਨੀ ਆ, ਵਿਧ ਉਹਨੇ ਬਣਾਉਣੀ ਆ, ਕਿਰਪਾ ਵੀ ਉਹਦੀ ਵੀ ਹੋਣੀ ਆ, ਪਰ ਆਪਣੀ ਵੀ ਨਾਲ ਆਪਣੀ ਕਿਰਪਾ ਵੀ ਅਸੀਂ ਕਰਨੀ ਆ, ਅਸੀਂ ਵੀ ਮਤਲਬ ਇਸ ਪਾਸੇ ਐਫਰਟ ਤਾਂ ਖੁਦ ਕਰਨੇ ਪੈਣਗੇ। ਬਿਲਕੁਲ ਜੀ, ਠੀਕ ਹੈ ਵੀਰ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਇਹ ਮਤਲਬ ਜਿਹੜਾ ਸੀਗਾ ਵੀ ਜਿਹੜਾ ਆਪਣੇ ਆਪ ਤੇ ਆਪ ਕਿਰਪਾ ਦੀ ਗੱਲ ਆਈ ਅੱਜ, ਹਾਂਜੀ ਹਾਂਜੀ, ਤੇ ਇਹ ਮਤਲਬ ਇੱਕ ਵੀ ਆਪਾਂ ਸਮਝ ਸਕਦੇ ਹਾਂ ਵੀ ਆਪਾਂ ਮਾਇਆ ਤੋਂ ਇੱਛਾ ਬਿਲਕੁਲ ਹੀ ਹਟਾ ਕੇ, ਤੇ ਮਤਲਬ ਸਵਾਰਥ ਇੱਛਾ ਹਟਾ ਕੇ ਪਰਮਾਰਥ ਇੱਛਾ ਰੱਖਣੀ ਆ, ਕੇਵਲ ਵੀ ਵਿਦਤਾ ਪਰਮੇਸ਼ਰ ਨੇ ਬਣਾਉਣੀ ਆ। ਸਿਰਫ ਕੀ ਅਸੀਂ ਸਿਰਫ ਇੱਛਾ ਰੱਖ ਸਕਦੇ ਹਾਂ ਵੀ ਸਾਨੂੰ ਗਿਆਨ ਮਿਲੇ, ਜਾਂ ਐਸੇ ਗੁਰਮੁਖ ਮਿਲ ਜਾਣ, ਜਾਂ ਫਿਰ ਇੱਕ ਸਟੇਜ ਤੋਂ ਬਾਅਦ ਇੱਛਾ ਰੱਖਣੀ ਆ ਨਾਮ ਦੀ। ਇਹਦੇ ਤੇ ਇਹ ਵੀ ਮਤਲਬ ਆਪਾਂ ਲੈ ਸਕਦੇ ਹਾਂ ਵੀ ਅਸੀਂ ਜਿਹੜੇ ਆਪਣੇ ਆਪ ਤੇ ਕਿਰਪਾ ਕਰਨੀ, ਇੱਛਾ ਰੱਖ ਆਪਣੀ ਇੱਛਾ। ਆਪਾਂ ਦੇਖੋ ਕਿਰਪਾ ਇੰਨੀ ਉਹ ਕਰਨੀ ਹੈ ਵੀ ਜਿਹੜੀ ਸਾਡੀ ਗੱਡੀ ਇਸ ਟਾਈਮ ਅਸੀਂ ਜਾਣਾ, ਮੰਨ ਲਓ ਅੰਮ੍ਰਿਤਸਰ, ਲੁਧਿਆਣੇ ਖੜੇ ਆ, ਅਸੀਂ ਜਿਹੜੀ ਗੱਡੀ ਦਿੱਲੀ ਵੱਲ ਮੋੜਦੇ ਨੂੰ ਮੋੜ ਕੇ ਇੱਧਰ ਨਾ ਕਰਨਾ, ਬਸ ਇੰਨੇ ਹੀ ਕੰਮ ਕਰਨਾ, ਬਾਕੀ ਗੱਡੀ ਨੇ ਸਾਨੂੰ ਲੈ ਜਾਣਾ ਅੰਮ੍ਰਿਤਸਰ। ਹੁਣ ਜੇ ਗੱਡੀ ਗਲਤ ਰਾਹ ਤੇ ਪਾ ਲਈ, ਤੁਸੀਂ ਭਾਵੇਂ ਇੱਧਰ ਨੂੰ ਦਿੱਲੀ ਵਾਲੇ ਪਾਸੇ ਨੂੰ, ਤੁਸੀਂ ਭਾਵੇਂ ਤਾਮਿਲਨਾਡੂ ਪਹੁੰਚ ਜਾਓ, 5000 ਕਿਲੋਮੀਟਰ ਦਾ ਸਫ਼ਰ ਕਰ ਲਓ, 4 ਦਾ ਕਰ ਲਓ। ਅੰਮ੍ਰਿਤਸਰ ਉੱਥੋਂ 100 ਕਿਲੋਮੀਟਰ ਸੀਗਾ, 120 ਗਲਤ ਚੱਲ ਰਹੀ ਇਹ ਕਰਨੀ ਆ ਵੀ ਗੱਡੀ ਇੱਧਰ ਨੂੰ ਮੋੜਦਾ, ਬਸ ਮਾਇਆ ਵੱਲੋਂ ਮੋੜ ਕੇ ਮਨ ਨੂੰ ਸੱਚ ਵਾਲੇ ਪਾਸੇ ਜੋੜ ਦੇ। ਧੰਨਵਾਦ। ਅਸਲ ਚ ਇਹ ਵੀ ਔਖਾ ਕੰਮ ਆ ਨਾ, ਇਹ ਸੌਖਾ ਥੋੜੀ ਹੈ। ਰਵਿੰਦਰ ਸਿੰਘ ਜੀ, ਆਵਾਜ਼ ਬੰਦ ਕਰੋ। ਬੁੱਲੇ ਨੇ ਕਿਹਾ ਸੀ, ਕਹਿੰਦਾ ਬੁੱਲੇ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਹਾਂਜੀ, ਹੁਣ ਪੁੱਟਣਾ ਲਾਉਣੇ ਦਾ ਅਰਥ ਵੀ ਜਿਹੜਾ ਮਨ ਹੈ ਮਾਇਆ ਵੱਲੋਂ ਪੱਟ ਕੇ ਇੱਧਰ ਹੀ ਲਾਉਣਾ ਹੈ, ਵੀ ਮਨ ਨੂੰ ਇੱਧਰ ਨਹੀਂ ਜਾਣ ਦੇਣਾ। ਗੱਲ ਤੇ ਇੰਨੀ ਹੈ, ਪਰ ਇਹ ਵੀ ਸੌਖੀ ਥੋੜਾ। ਹਾਂ, ਸਾਰੀ ਆਪਾਂ ਆਪਣਾ ਦੇਖੀਏ ਵੀ ਸੌਖਾ ਨਹੀਂ ਮਨ ਨੂੰ ਮਾਇਆ ਚੋਂ ਤੋੜ ਕੇ, ਜਾਂ ਕਦੀ ਇਹ ਸੌਖਾ ਨਹੀਂ ਲੱਗ ਜੂਗਾ, ਔਖਾ। ਇਹਦੇ ਜਨਮਾਂ ਦੀ ਖੇਡ ਤਾਂ ਹੀ ਕਿਹਾ ਵੀ ਇਹਨੂੰ ਜਨਮ ਲੱਗ ਜਾਂਦਾ, ਕਿ ਜਨਮ ਮਾਇਆ ਨਾਲੋਂ ਮੋਹ ਤੋੜਦਾ, ਸੁਰਤ ਤੋੜਦੀ, ਮਮਤਾ ਤੋਂ, ਲੋਭ ਲਾਲਚਾ ਤੋਂ ਮਨ ਨੂੰ ਬਿਲਕੁਲ ਕਰਨਾ, 0 ਕਰ ਦੇਣਾ ਕੋਈ ਸੌਖਾ। ਉਹ ਪਰ ਉਦੋਂ ਹੋਊਗਾ ਜਿਉਂ ਜਿਉਂ ਦੇਖੋ ਸਮਝ ਆਉਣ ਲੱਗ ਗਈ, ਮਾਇਆ ਦੀ ਅਸਲੀਅਤ ਪਤਾ ਲੱਗਣ ਲੱਗ ਗਈ, ਉਹ ਚ ਝੂਠ ਨਜ਼ਰ ਆਉਣ ਲੱਗ ਪਿਆ, ਪਤਾ ਲੱਗ ਗਿਆ ਵੀ ਇਹ ਤਾਂ ਫਿੱਕੀ ਆ, ਇਹ ਜ਼ਹਿਰ ਆ, ਇਹ ਨਾਗਣੀ ਹੈ, ਕੂੜ ਹੈ, ਇਹ ਚੋਂ ਨਿਕਲਣਾ ਕੁਛ ਨਹੀਂ, ਮਿਲਿਆ ਕੁਛ ਨਹੀਂ, ਪ੍ਰਾਪਤੀ ਕੁਛ ਨਹੀਂ, ਮੇਰਾ ਕੁਛ ਨਹੀਂ ਸਵਾਰਨਾ ਇਹਨੇ।
जो ज्ञान वधी गया, चानण वधी गया, नेरा आपे दूर हो जाना, उदों फिर माया छड्डनी सौखी हो जाती है। फिर विच रह के छड्डी होती है, विच भी हुंदा ते छड्डी भी होती है। ठीक है जी, ये खेड है गुरमत दी। ठीक है। हाँ जी, ठीक है जी, बहुत धन्यवाद। बाहर ਦੀਆਂ ਸੰਗਤਾਂ ਬਿਜੀ ਹੁੰਦੇ ਨੇ, ਕੋਈ ਆਪਣੇ ਸੱਜਣ ਕਈ ਵਾਰੀ ਇੱਧਰ ਉੱਧਰ ਗਏ ਵੀ ਹੁੰਦਾ ਦੂਰ ਦਰਾਡੇ, ਤੇ ਕੱਲ ਦੀ ਆਪਾਂ ਫਿਰ ਛੁੱਟੀ ਕਰਾਂਗੇ ਤੇ ਪਰਸੋਂ ਫਿਰ ਆਪਾਂ ਮਿਲਦੇ ਹਾਂ ਸੋਮਵਾਰ। ਠੀਕ ਹੈ ਜੀ, ਧੰਨਵਾਦ ਜੀ।